ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 383 ਤੇ ਹੇਠੋਂ ਪੰਜਵੀਂ ਪੰਕਤੀ ਹੈ। 383 ਹੇਠੋਂ ਪੰਜਵੀਂ ਪੰਕਤੀ ਹੈ। ਰਹਾਉ। ਮਹਾਂ ਉਦਿਆਨ ਪਾਵਕ ਸਾਗਰ ਪਏ, ਹਰਖ ਸੋਗ ਮੈਂ ਬਸਨਾ। ਸਤਿਗੁਰ ਭੇਟ ਭਇਆ ਮਨ ਨਿਰਮਲ, ਜਪ ਅੰਮ੍ਰਿਤ ਹਰ ਰਸਨਾ। ਉਦਿਆਨ ਜੰਗਲ ਨੂੰ ਕਹਿੰਦੇ ਬੀਆਬਾਨ, ਉਜਾੜ ਨੂੰ। ਇਹ ਸੰਸਾਰ ਬਹੁਤ ਵੱਡਾ ਬੀਆਬਾਨ ਹੈ। ਪਾਵਕ ਸਾਗਰ ਪਏ, ਇਹ ਅੱਗ ਦਾ ਸਮੁੰਦਰ ਹੈ। ਪਾਵਕ ਅੱਗ ਨੂੰ ਕਹਿੰਦੇ, ਇਹ ਅੱਗ ਦਾ ਸਮੁੰਦਰ ਹੈ। ਹਰਖ ਸੋਗ ਮੈਂ ਬਸਣਾ, ਇੱਥੇ ਬੰਦਾ ਖੁਸ਼ੀ ਗਮੀ ਦੇ ਵਿੱਚ ਵਸਦਾ, ਕਦੇ ਖੁਸ਼ ਕਦੇ ਦੁਖੀ। ਸਤਿਗੁਰ ਭੇਟ ਭਇਆ ਮਨ ਨਿਰਮਲ, ਜਪ ਅੰਮ੍ਰਿਤ ਹਰ ਰਸਨਾ। ਪਰ ਜਦੋਂ ਗੁਰੂ ਨੂੰ ਮਿਲ ਪੈਂਦਾ ਹੈ, ਫਿਰ ਨਾਮ ਰਸਨਾ ਦੇ ਨਾਲ ਜਪਦਾ ਹੈ, ਫਿਰ ਇਹਦਾ ਮਨ ਨਿਰਮਲ ਹੋ ਜਾਂਦਾ। ਸਤਿਗੁਰ ਭੇਟ, ਗੁਰੂ ਨੂੰ ਮਿਲ ਕੇ ਭਇਆ ਮਨ ਨਿਰਮਲ, ਇਹਦਾ ਮਨ ਨਿਰਮਲ ਹੋ ਜਾਂਦਾ ਹੈ। ਕੀ ਕੀਤਾ ਨੇ? ਜਪ ਅੰਮ੍ਰਿਤ ਹਰ ਰਸਨਾ। ਅੰਮ੍ਰਿਤ ਨਾਮ ਨੂੰ ਕਹਿੰਦੇ ਨੇ। ਰਸਨਾ ਦੇ ਨਾਲ ਨਾਮ ਜਪ ਕੇ ਇਹਦਾ ਮਨ ਨਿਰਮਲ ਹੋ ਗਿਆ। ਤਾਨ ਧਨ ਥਾਪ ਕੀਓ ਸਭ ਆਪਣਾ, ਕੋਮਲ ਬੰਧਨ ਬਾਂਧਿਆ। ਗੁਰ ਪ੍ਰਸਾਦ ਭਏ ਜਨ ਮੁਕਤੇ, ਹਰ ਹਰ ਨਾਮ ਅਰਾਧਿਆ। ਤਾਨ ਧਨ ਥਾਪ ਕੀਓ ਸਭ ਆਪਣਾ। ਇਹਨੇ ਸਰੀਰ ਨੂੰ, ਧਨ ਨੂੰ ਆਪਣਾ ਸਮਝ ਰੱਖਿਆ ਵੀ ਇਹ ਮੇਰਾ ਹੈ। ਧਰਮ ਕਹਿੰਦਾ ਤੇਰਾ ਨਹੀਂ ਹੈ, ਇਹ ਤਾਂ ਤੈਨੂੰ ਪਰਮਾਤਮਾ ਨੇ ਦਿੱਤਾ ਹੈ। ਪਰ ਅਸੀਂ ਭਰਮ ਦੇ ਪਰਦੇ 'ਚ ਕਹਿੰਦੇ ਮੇਰਾ ਹੈ। ਕੋਮਲ ਬੰਧਨ ਬਾਂਧਿਆ, ਇਸ ਮਾਇਆ ਦੇ ਬੜੇ ਪਿਆਰੇ ਬੰਧਨ 'ਚ ਬੱਝ ਜਾਂਦਾ ਹੈ। ਇਹ ਜੇ ਆਪਣੀਆਂ ਕਹਿੰਦੇ ਮੇਰੀਆਂ ਚੀਜ਼ਾਂ ਨੇ, ਇਹਦੇ ਬੰਧਨਾਂ 'ਚ ਬੱਝ ਜਾਂਦਾ ਹੈ। ਗੁਰ ਪ੍ਰਸਾਦ ਭਏ ਜਨ ਮੁਕਤੇ, ਹਰ ਹਰ ਨਾਮ ਅਰਾਧਿਆ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਹਰੀ ਦਾ ਨਾਮ ਅਰਾਧਿਆ, ਭਏ ਜਨ ਮੁਕਤੇ, ਉਹ ਵਿਅਕਤੀ ਮੁਕਤ ਹੋ ਗਏ। ਇਹ ਮੋਹ ਮਾਇਆ ਦੇ ਬੰਧਨਾਂ ਤੋਂ ਉਹ ਮੁਕਤ ਹੋ ਗਏ। ਬਾਬਾ ਜੀ, ਇਸ ਪੰਕਤੀ ਦਾ ਵਿਸ਼ਰਾਮ ਦੱਸੋ ਕਿੱਥੇ? ਮਹਾ ਉਦਿਆਨ ਪਾਵਕ ਸਾਗਰ ਭਏ, ਭਏ ਦੇ ਦੇਣੇ। ਹਾਂਜੀ। ਰਾਖ ਲਿਏ ਪ੍ਰਭ ਰਾਖਣ ਹਾਰੈ, ਜੋ ਪ੍ਰਭ ਆਪਣੇ ਭਾਣੇ। ਜੋ ਪਰਮਾਤਮਾ ਨੂੰ ਚੰਗੇ ਲੱਗੇ, ਭਾਣੇ ਚੰਗੇ ਲੱਗੇ, ਉਹਨਾਂ ਪਰਖਣ ਵਾਲੇ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ। ਇਹ ਮੋਹ ਮਾਇਆ ਦੇ ਬੰਧਨਾਂ ਤੋਂ ਉਹਨਾਂ ਨੂੰ ਬਚਾ ਲਿਆ। ਜੀਓ ਪਿੰਡ ਸਭ ਤੁਮਰਾ ਦਾਤੇ, ਨਾਨਕ ਸਦ ਕੁਰਬਾਨ। ਪਹਿਲਾਂ ਤਾਂ ਕਹਿੰਦੇ ਤਨ ਧਨ ਮੇਰਾ ਹੈ। ਹੁਣ ਜੋ ਪਰਮਾਤਮਾ ਦੀ ਕਿਰਪਾ ਹੋ ਗਈ, ਫਿਰ ਕਹਿੰਦੇ ਜੀਓ ਪਿੰਡ ਸਭ ਤੁਮਰਾ ਦਾਤੇ। ਇਹ ਪਰਮਾਤਮਾ ਮੇਰੀ ਜਿੰਦ, ਮੇਰਾ ਸਰੀਰ, ਜੀਓ ਜਿੰਦ, ਪਿੰਡ ਸਰੀਰ, ਇਹ ਸਭ ਤੁਹਾਡਾ ਹੈ। ਨਾਨਕ ਸਦ ਕੁਰਬਾਨ। ਕਹਿੰਦੇ ਅਸੀਂ ਤਾਂ ਤੁਹਾਡੇ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਆਸਾ ਮਹਿਲਾ ਪੰਜਵਾਂ। ਮੋਹ ਮਲਨ ਨੀਂਦ ਦੇ ਛੁਟ ਗਈ, ਕੌਣ ਅਨੁਗ੍ਰਹਿ ਭਇਓਰੀ। ਅਨੁਗ੍ਰਹਿ ਸੰਸਕ੍ਰਿਤ ਦਾ ਸ਼ਬਦ ਹੈ। ਸੰਸਕ੍ਰਿਤ ਦੇ ਵਿੱਚ ਇਹ ਪੁਲਿੰਗ ਦੇ ਤੌਰ 'ਤੇ ਵਰਤਿਆ ਗਿਆ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਕਿਰਪਾ। ਕਿਰਪਾ ਕਹਿੰਦੇ ਹਾਂ ਤਾਂ ਐਂ ਲੱਗੂ ਇਹ ਇਸਤਰੀ ਲਿੰਗ ਹੈ, ਉਹ ਤੇ ਦੇ ਅਰਥ ਨੇ ਕਿਰਪਾ। ਅਨੁਗ੍ਰਹਿ ਸੰਸਕ੍ਰਿਤ ਦਾ ਸ਼ਬਦ ਹੈ, ਪੁਲਿੰਗ ਰੂਪ ਵਿੱਚ ਹੈ, ਇਸ ਲਈ ਹਾਇਰ ਨੂੰ ਔਂਕੜ ਗੁਰੂਆਂ ਨੇ ਲਾਇਆ ਹੋਇਆ।
ਅਰਥ ਹੈ ਕਿਰਪਾ। ਮੋਹ ਮਲਣ ਨੀਂਦ ਤੇ ਛੁੱਟ ਗਈ। ਹੇ ਭੈਣੇ, ਤੂੰ ਮਾਇਆ ਦੀ ਮੈਲ ਤੋਂ, ਮਾਇਆ ਦੀ ਨੀਂਦ ਤੋਂ, ਇਸ ਮੋਹ ਦੀ ਮੈਲ ਤੋਂ, ਮਲਣ ਮੈਲ, ਮੋਹ ਦੀ ਨੀਂਦ ਤੋਂ ਤੇਰਾ ਛੁਟਕਾਰਾ ਹੋ ਗਿਆ, ਛੁੱਟ ਗਈ। ਕਨੋ ਕੌਣ ਅਗ੍ਰਹਿ ਅਨੁਗ੍ਰਹਿ ਭਇਓਰੀ, ਤੇਰੇ ਤੇ ਕਿਹੜੀ ਕਿਰਪਾ ਹੋਈ ਹੈ, ਤੇਰੇ ਤੇ ਕਿਹੜੀ ਕਿਰਪਾ ਹੋਈ ਹੈ ਕਿ ਤੂੰ ਮੋਹ ਦੀ ਮੈਲ ਤੋਂ, ਮੋਹ ਦੀ ਨੀਂਦ ਤੋਂ ਤੇਰਾ ਛੁਟਕਾਰਾ ਹੋ ਗਿਆ। ਮਹਾਮੋਹਣੀ, ਮਾਇਆ ਨੂੰ ਕਿਹਾ ਮਹਾਮੋਹਣੀ, ਮਹਾਮੋਹਣੀ ਤੁਧ ਨਾ ਵਿਆਪੈ। ਹੁਣ ਮਾਇਆ ਦਾ ਤੇਰੇ ਤੇ ਕੋਈ ਅਸਰ ਹੀ ਨਹੀਂ ਹੈ। ਤੇਰਾ ਆਲਸ ਕਹਾਂ ਗਇਓ ਰੀ, ਤੇ ਤੂੰ ਪਹਿਲਾਂ ਬੜੀ ਸੁਸਤ ਰਹਿੰਦੀ ਸੀ, ਤੇਰਾ ਆਲਸ ਕਿੱਥੇ ਚਲਾ ਗਿਆ? ਭਾਵ ਤੇਰਾ ਆਲਸ ਵੀ ਖਤਮ ਹੋ ਗਿਆ ਹੈ। ਕਾਮ ਕ੍ਰੋਧ ਅਹੰਕਾਰ ਗਾਖਰੋ, ਗਾਖਰੋ ਗਾਖੜੋ ਔਖਾ, ਸੰਜਮ ਕੌਣ ਛੁਟਿਓ ਰੀ। ਇਹ ਕਾਮ ਕ੍ਰੋਧ ਤੇ ਹੰਕਾਰ ਤੋਂ ਬਚਣਾ ਬੜਾ ਔਖਾ ਹੈ। ਸੰਜਮ ਦਾ ਤਰੀਕਾ, ਤੂੰ ਕਿਸ ਤਰੀਕੇ ਨਾਲ ਇਹਨਾਂ ਤੋਂ ਬਚ ਗਈ ਹੈ? ਇਹ ਕਹਿੰਦੇ ਇਹਨਾਂ ਤਿੰਨਾਂ ਨੇ ਤਾਂ ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਭਵਨ ਲੁਟਿਓ ਰੀ। ਇਹਨਾਂ ਸੁਰ ਨਰ ਇਕੱਠਾ ਸ਼ਬਦ ਹੈ, ਤੇ ਆਡਰ ਕਰਕੇ ਪਤਾ। ਸੁਰ ਨਰ ਦੇਵਤਿਆਂ ਵਰਗੇ ਮਨੁੱਖ, ਦੇਵ ਦੇਵਤੇ, ਅਸੁਰ ਰਾਖਸ਼, ਤ੍ਰੈ ਗੁਣੀਆਂ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿਣ ਵਾਲੇ ਲੋਕ, ਸਗਲੋ ਭਵਨ ਲੁਟਿਓ ਰੀ। ਇਹਨਾਂ ਨੇ ਤਾਂ ਨਾ ਦੇਵਤਿਆਂ ਨੂੰ ਛੱਡਿਆ, ਨਾ ਦੇਵਤਿਆਂ ਵਰਗੇ ਮਨੁੱਖਾਂ ਨੂੰ ਛੱਡਿਆ, ਨਾ ਮਾਇਆ ਦੇ ਤਿੰਨਾਂ ਗੁਣਾਂ 'ਚ ਰਹਿਣ ਵਾਲਿਆਂ ਨੂੰ ਛੱਡਿਆ। ਸਗਲੋ ਭਵਨ ਲੁਟਿਓ ਰੀ, ਤਾਂ ਸਾਰੇ ਸੰਸਾਰ ਨੂੰ ਲੁੱਟ ਲਿਆ ਹੈ। ਦਾਵਾ ਅਗਨ ਬਹੁਤ ਤਿਰਣ ਜਾਲੇ, ਦਾਵਾ ਜੰਗਲ ਨੂੰ ਕਹਿੰਦੇ, ਅਗਨ ਮੈਨੇ ਅੱਗ, ਤਿਰਣ ਤੋਂ ਭਾਵ ਤਿਨਕੇ ਭਾਵ ਦਰਖਤ। ਜੰਗਲ ਦੀ ਅੱਗ ਜੇ ਬਹੁਤ ਸਾਰੇ ਦਰਖਤਾਂ ਨੂੰ ਸਾੜ ਦਿੰਦੀ ਹੈ। ਕੋਈ ਹਰਿਆ ਬੂਟ ਰਹਿਓ ਰਹੀ, ਹਾਂ ਕੋਈ ਬਹੁਤ ਹਰਾ ਭਰਾ ਬੂਟਾ ਹੋਵੇ ਉਹ ਅੱਗ ਤੋਂ ਬਚਦਾ ਹੈ। ਕਹਿੰਦੇ ਵੀ ਤੂੰ ਕਿਵੇਂ ਬਚ ਗਈ ਇਹਨਾਂ ਤੋਂ? ਐਸੋ ਸਮਰੱਥ ਵਰ ਨਾ ਸਕੋ, ਤਾਂ ਕਿ ਉਪਮਾ ਜਾਤ ਨਾ ਕਹਿਓ ਰੀ। ਕਹਿੰਦੇ ਇਹ ਤਾਂ ਇੰਨਾ ਸਮਰੱਥ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਇਹਨਾਂ ਦੇ ਉਪਮਾ ਹੀ ਨਹੀਂ ਕੀਤੀ ਜਾ ਸਕਦੀ, ਕਿਸੇ ਨਾਲ ਇਹਦਾ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਇਹ ਤੇ ਇੰਨੇ ਤਾਕਤਵਰ ਹਨ। ਕਾਜਰ ਕੋਟ ਮੈਂ ਭਈ ਨਾ ਕਾਰੀ, ਨਿਰਮਲ ਬਣ ਬਣਿਓ ਰੀ। ਇੰਨਾ ਕੁਛ ਹੋਣ ਦੇ ਬਾਵਜੂਦ ਕਾਜਰ ਬਣੇ ਕੱਜਲ, ਕੱਜਲ ਦੀ ਕੋਠੜੀ ਭਰੀ ਹੋਈ ਹੈ ਕਾਲਖ ਦੀ। ਭਈ ਨਾ ਕਾਰੀ, ਤੂੰ ਕਹੇ ਕਾਲੀ ਨਹੀਂ ਹੋਈ, ਤੇਰੇ ਤੇ ਕਾਲਖ ਲੱਗੀ ਨਹੀਂ ਹੈ। ਨਿਰਮਲ ਬਰਨ ਬਣਿਆ, ਬਰਨ ਦਾ ਰੰਗ, ਤੇਰਾ ਰੰਗ ਤੇ ਕਹਿੰਦੇ ਸਾਫ ਸੁਥਰਾ ਹੈ, ਤੈਨੂੰ ਤੇ ਕਾਲਖ ਲੱਗੀ ਹੀ ਨਹੀਂ। ਉਹ ਅੱਗੋਂ ਕਹਿੰਦੀ ਹੈ ਮਹਾ ਮੰਤਰ ਗੁਰ ਹਿਰਦੈ ਬਸਿਓ, ਅਚਰਜ ਨਾਮ ਸੁਣਿਓ ਰੀ। ਅਚਰਜ ਮਨੇ ਪਰਮਾਤਮਾ ਦਾ। ਉਹ ਕਹਿੰਦੇ ਮੇਰੇ ਹਿਰਦੇ 'ਚ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਵਸ ਗਿਆ ਹੈ, ਅਤੇ ਮੈਂ ਪਰਮਾਤਮਾ ਦਾ ਨਾਮ ਸੁਣਿਆ ਹੈ। ਇਸ ਕਰਕੇ ਕਰ ਕਿਰਪਾ ਪਰ ਨਜ਼ਰ ਅਵਲੋਕਨ, ਅਵਲੋਕਨ ਦਾ ਦੇਖਣਾ। ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਵੱਲ ਵੇਖਿਆ, ਆਪਣੇ ਚਰਨ ਲਗਾਈ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ, ਮੈਨੂੰ ਆਪਣੇ ਨਾਮ ਨਾਲ ਜੋੜ ਲਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਗੁਰੂ ਦੀ ਕੀਤੀ ਸੰਗਤ, ਪ੍ਰੇਮਾ ਭਗਤੀ ਕੀਤੀ,
ਤੇ ਫਿਰ ਸੁਖ ਦੀ ਪ੍ਰਾਪਤੀ ਹੋਵੇ। ਸੋ ਬਚਾਅ ਕਿਵੇਂ ਹੋਇਆ ਹੈ? ਗੁਰ ਮੰਤਰ ਨਾਲ, ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ, ਪ੍ਰੇਮਾ ਭਗਤੀ ਨਾਲ। ਇਹ ਫਿਰ ਇਹਨਾਂ ਬੁਰਾਈਆਂ ਤੋਂ ਬੰਦਾ ਬਚਿਆ ਰਹਿੰਦਾ ਹੈ। ਏਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਘਰ ਸਤਵਾਂ, ਮਹਿਲਾ ਪੰਜਵਾਂ। ਲਾਲ ਚੋਲਣਾ ਤੈਂ ਤਨ ਸੋਹਿਆ, ਸੁਰਜਨ ਭਾਨੀ ਤਾਂ ਮਨ ਮੋਹਿਆ। ਹੇ ਸਖੀ, ਤੇਰੇ ਤਨ ਤੇ, ਤੇਰੇ ਸਰੀਰ ਤੇ ਲਾਲ ਚੋਲਾ ਬੜਾ ਸੋਹਣਾ ਲੱਗਦਾ ਹੈ। ਤੈਂ ਤਨ, ਤੇਰੇ ਤਨ ਤੇ ਸੋਹਿਆ ਮੈਨੇ ਸੋਹਣਾ ਲੱਗਦਾ ਹੈ ਲਾਲ ਚੋਲਾ। ਸੁਰਜਨ ਭਾਨੀ ਤਾਂ ਮਨ ਮੋਹਿਆ। ਸੁਰਜਨ ਤੇ ਸਮਾ ਭਾ ਪ੍ਰਭੂ ਪਤੀ। ਮੈਂ ਪ੍ਰਭੂ ਪਤੀ ਨੂੰ ਚੰਗੀ ਲੱਗ ਗਈ ਹਾਂ, ਉਹਨੇ ਮੇਰਾ ਮਨ ਮੋਹ ਲਿਆ ਹੈ। ਕਵਨ ਬਨੀਰੀ ਤੇਰੀ ਲਾਲੀ, ਕਿ ਤੇਰਾ ਚਿਹਰਾ ਲਾਲ ਸੁਰਖ ਹੈ, ਇਹ ਕਿਵੇਂ ਹੋ ਗਿਆ ਹੈ? ਕਵਨ ਰੰਗ ਤੂੰ ਭਈ ਗੁਲਾਲੀ, ਗੁਲਾਲ ਵੀ ਲਾਲ ਨੂੰ ਕਹਿੰਦੇ। ਕਿਹੜੇ ਰੰਗ ਨਾਲ ਤੂੰ ਲਾਲ ਸੁਰਖ ਹੋ ਗਈ ਹੈ? ਰਹਾ ਤੁਮ ਹੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਣ ਤੁਮ ਕਰ ਭਾਗ। ਤੁਮ ਹੀ ਸੁੰਦਰ, ਤੂੰ ਸੁੰਦਰੀ ਹੈ। ਤੁਮੈ ਸੁਹਾਗ, ਤੈਨੂੰ ਸੁਹਾਗ ਪ੍ਰਾਪਤ ਹੋ ਗਿਆ, ਪਰਮਾਤਮਾ ਸੁਹਾਗ ਦੇ ਤੌਰ ਤੇ ਪ੍ਰਾਪਤ ਹੋ ਗਿਆ। ਤੁਮ ਕਰ ਲਾਲਣ ਤੁਮ ਕਰ ਭਾਗ। ਤੇਰੇ ਘਰ 'ਚ ਪਿਆਰਾ ਪ੍ਰਭੂ ਹੈ, ਇਸੇ ਤੇਰੇ ਘਰ ਨੂੰ ਭਾਗ ਲੱਗ ਗਿਆ, ਤੇਰਾ ਘਰ ਭਾਗ ਵਾਲਾ ਹੋ ਗਿਆ। ਹੁਣ ਜਿਸ ਘਰ 'ਚ ਗੁਰੂ ਮਹਾਰਾਜ ਹੋਣ, ਪਰਮਾਤਮਾ ਦੇ ਭਾਗਾਂ ਵਾਲਾ ਘਰ ਹੁੰਦਾ। ਹੁਣ ਜਿਸ ਘਰ 'ਚ ਨਾਮ ਜਪਿਆ ਜਾਂਦਾ, ਘਰ ਭਾਗਾਂ ਵਾਲਾ ਹੋ ਜਾਂਦਾ ਹੈ। ਕਈ ਵਾਰੀ ਘਰ ਬਹੁਤ ਹੁੰਦਾ ਠੀਕ ਨਹੀਂ ਹੁੰਦਾ ਹੈ, ਉੱਥੇ ਫਿਰ ਅਖੰਡ ਪਾਠ ਕਰਾਉਣੇ ਪੈਂਦੇ। ਕਈ ਆ ਜਾਂਦੇ, ਜਦੋਂ ਜਿਸ ਨਵੇਂ ਘਰ 'ਚ ਅਸੀਂ ਆਏ ਹਾਂ, ਅਸੀਂ ਬੜੇ ਦੁਖੀ ਹਾਂ ਜੀ, ਕਿਉਂਕਿ ਵੀ ਥਾਂ ਨਹੀਂ ਪਵਿੱਤਰ ਹੁੰਦੀ। ਆਪਾਂ ਨੂੰ ਪਤਾ ਨਹੀਂ ਹੁੰਦਾ, ਆਪਾਂ ਦੁਖੀ ਹੁੰਦੇ ਰਹਿੰਦੇ। ਜਿਵੇਂ ਤਾਂ ਮੈਂ ਘਨੌਰ ਸਰਵਿਸ ਕਰਦਾ ਸੀ, ਸਾਡੀ ਜੀ ਬੀਬੀ ਪ੍ਰਿੰਸੀਪਲ ਸੀ। ਉਹ ਇੱਕ ਦਿਨ ਮੈਨੂੰ ਕਹਿੰਦੀ ਵੀ ਜੈਮਲ ਸਿੰਘ ਜੀ, ਜਦੋਂ ਦੇ ਅਸੀਂ ਇਹ ਅਰਬਨ ਸਟੇਟ 'ਚ ਆਏ ਹਾਂ, ਨਵੀਂ ਕੋਠੀ ਪਾਈ ਹੈ, ਅਸੀਂ ਬੜੇ ਦੁਖੀ ਹਾਂ ਵੀ ਜਿਹੜੇ ਮਹਾਂਪੁਰਖਾਂ ਕੋਲ ਤੁਸੀਂ ਜਾਂਦੇ ਹੋ, ਸੰਤ ਸੀਤਲ ਸਿੰਘ ਕੋਲ, ਉੱਥੇ ਮੈਨੂੰ ਲੈ ਚਲੋ। ਮੈਂ ਕੋਈ ਨਹੀਂ ਜੀ, ਤੁਹਾਡੇ ਘਰ ਦੇ ਨੇੜੇ ਹੀ ਨਹੀਂ, ਉੱਥੇ ਲੈ ਚੱਲਦੇ ਹਾਂ। ਮੈਂ ਲੈ ਕੇ ਗਿਆ, ਅੱਗੇ ਮਹਾਂਪੁਰਖ ਬੈਠੇ ਸੀ, ਚਲੋ ਬੈਠ ਗਏ ਅਸੀਂ। ਹਾਂ, ਮੈਨੂੰ ਕਹਿੰਦੇ ਭਿੰਡਰ ਸਾਹਿਬ ਇਹ ਕੌਣ ਨੇ? ਮੈਂ ਜੀ ਸਾਡੀ ਪ੍ਰਿੰਸੀਪਲ ਮੈਡਮ। ਆਓ ਬੀਬਾ ਕਿਵੇਂ ਆਏ ਹੋ? ਕਹਿੰਦੇ ਜੀ ਜਦੋਂ ਦੇ ਅਸੀਂ ਨਵੇਂ ਘਰ 'ਚ ਆਏ ਹਾਂ, ਅਸੀਂ ਉਦੋਂ ਦੇ ਹੀ ਦੁਖੀ ਹਾਂ। ਮਹਾਂਪੁਰਖਾਂ ਨੇ ਕੁਝ ਸੈਕਿੰਡ ਅੱਖਾਂ ਬੰਦ ਕੀਤੀਆਂ, ਫਿਰ ਕਹਿੰਦੇ ਬੀਬਾ ਜਿਸ ਥਾਂ 'ਤੇ ਤੁਸੀਂ ਘਰ ਬਣਾਇਆ ਨਾ, ਜਦੋਂ 1947 ਹੋਈ, ਵੱਢ ਟੁੱਕ ਹੋਈ, ਇਸ ਇਲਾਕੇ 'ਚ ਬੜੇ ਸਾਧੂ ਰਹਿੰਦੇ ਸਨ। ਇਹ ਗੁੰਡਿਆਂ ਨੇ ਉਹ ਸਾਧੂ ਵੀ ਮਾਰ ਦਿੱਤੇ। ਤੁਹਾਡਾ ਜਿਹੜਾ ਜਿੱਥੇ ਘਰ ਹੈ, ਇਹ ਸੀ ਖਤਾਨ, ਨੀਵਾਂ ਥਾਂ ਸੀ। ਉਹਨਾਂ ਨੇ ਚੱਕ ਕੇ ਸਾਧੂਆਂ ਨੂੰ ਉਸ ਨੀਵੇਂ ਥਾਂ 'ਤੇ ਸੁੱਟਤਾ। ਉਸ ਥਾਂ 'ਤੇ ਤੁਸੀਂ ਘਰ ਪਾ ਲਿਆ ਹੈ, ਉਹ ਥਾਂ ਸਰਾਪੀ ਹੋਈ ਹੈ, ਇਸ ਲਈ ਤੁਸੀਂ ਦੁਖੀ ਹੋ। ਮੈਡਮ ਕਹਿੰਦੇ ਵੀ ਕੀ ਅਸੀਂ ਫਿਰ ਇਹ ਘਰ ਵੇਚ ਦਈਏ? ਉਹ ਕਹਿੰਦੇ ਜੇ ਵੇਚੋਗੇ, ਜਿਹੜਾ ਖਰੀਦੇਗਾ ਉਹ ਦੁਖੀ ਹੋਵੇਗਾ। ਆਪਾਂ ਥਾਂ ਨੂੰ ਹੀ ਪਵਿੱਤਰ ਕਰ ਦਿੰਦੇ ਹਾਂ। ਮੈਡਮ ਦੇ ਸਾਹ 'ਚ ਸਾਹ ਆਇਆ ਵੀ ਸ਼ੁਕਰ। ਕਹਿੰਦੇ ਇੱਕ ਤਾਂ ਤੁਸੀਂ ਲੋਨ ਲਿਆ ਹੋਣਾ? ਕਹਿੰਦੇ ਹਾਂਜੀ। ਵੇਚਣ ਤੋਂ ਪਹਿਲਾਂ ਤੁਹਾਨੂੰ ਸਾਰਾ ਲੋਨ ਲਾਉਣਾ ਪਏਗਾ, ਇਹ ਵੀ ਔਖਾ ਹੁੰਦਾ ਇਹਨੂੰ। ਆਪਾਂ ਘਰ ਹੀ ਪਵਿੱਤਰ ਕਰ ਦਿੰਦੇ। ਕਹਿੰਦੇ ਦੱਸੋ ਜੀ? ਕਹਿੰਦੇ ਤੁਹਾਨੂੰ ਸੁਖਮਨੀ ਸਾਹਿਬ ਦੇ ਪਾਠ ਹੁੰਦੇ? ਕਹਿੰਦੇ ਹਾਂ ਆਉਂਦੇ ਨੇ। ਕਹਿੰਦੇ ਇਸ ਤਰ੍ਹਾਂ ਕਰਨਾ ਹੈ, ਬਾਟੀ 'ਚ ਪਾਣੀ ਲੈ ਲੈਣਾ,
ਪਾਣੀ ਵੱਲ ਮੂੰਹ ਕਰਕੇ 12 ਸੁਖਮਨੀ ਸਾਹਿਬ ਦੇ ਰੋਜ਼ ਪਾਠ ਕਰਨੇ। 12 ਪਾਠ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੀ ਸਾਡਾ ਘਰ ਪਵਿੱਤਰ ਕਰੋ। ਇਹ ਕਹਿ ਕੇ ਸਾਰੇ ਘਰ 'ਚ ਪਾਣੀ ਛਿੜਕਣਾ। ਰੋਜ਼ 12 ਸੁਖਮਨੀ ਸਾਹਿਬ ਦੇ ਪਾਠ ਕਰਨੇ ਨੇ, 21 ਦਿਨ ਕਰਨੇ ਨੇ। 21 ਦਿਨਾਂ ਬਾਅਦ ਆਇਆ। ਮੈਂ ਉਹਨਾਂ ਨੂੰ ਕਿਹਾ ਜੀ ਫਿਰ ਤੁਸੀਂ ਰੋਜ਼ 12 ਪਾਠ ਤਾਂ ਔਖੇ ਨੇ ਕਰਨੇ, ਤੁਸੀਂ ਛੁੱਟੀ ਲੈ ਲਓ। ਕਹਿੰਦੇ ਮੇਰਾ ਅਭਿਆਸ ਹੈ, ਮੈਂ ਕਰਕੇ ਦੇਖਾਂਗੀ, ਨਾ ਹੋਏ ਫਿਰ ਛੁੱਟੀ ਲੈ ਲਾਂ। ਕੀਤੇ ਉਹਨਾਂ ਨੇ, ਸਕੂਲ ਆ ਗਏ ਅਗਲੇ ਦਿਨ। ਕਹਿੰਦੇ ਮੈਂ 7 ਪਾਠ ਕਰ ਆਈ ਹਾਂ, 5 ਮੈਂ ਜਾ ਕੇ ਕਰ ਲਾਂਗੀ। ਇਸ ਤਰ੍ਹਾਂ ਉਹਨਾਂ ਨੇ ਛੁੱਟੀ ਨਹੀਂ ਕੋਈ ਲਈ, 12 ਰੋਜ਼ ਪਾਠ ਕੀਤੇ। 21 ਦਿਨਾਂ ਬਾਅਦ ਮੈਨੂੰ ਫਿਰ ਲੈ ਗਿਆ। ਮਹਾਂਪੁਰਖਾਂ ਫਿਰ ਅੱਖਾਂ ਬੰਦ ਕੀਤੀਆਂ, ਦੇਖਿਆ। ਕਹਿੰਦੇ ਹਾਂ ਬੀਬਾ ਹੁਣ ਤੁਹਾਡਾ ਘਰ ਪਵਿੱਤਰ ਹੋ ਗਿਆ ਹੈ, ਹੁਣ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਕੁਝ ਦਿਨਾਂ ਬਾਅਦ ਹੀ ਉਹਨਾਂ ਦੇ ਲੜਕੇ ਨੂੰ ਐਕਸਾਈਜ਼ ਦੇ ਵਿੱਚ, ਐਕਸਾਈਜ਼ ਡਿਪਾਰਟਮੈਂਟ, ਉਹ ਇੰਸਪੈਕਟਰ ਲੱਗ ਗਿਆ, ਸਿਲੈਕਟ ਹੋ ਗਿਆ। 2 ਉਹਨਾਂ ਦੀ ਲੜਕੀਆਂ ਸਨ। ਇੱਕ ਨੂੰ MBBS 'ਚ ਅੰਮ੍ਰਿਤਸਰ ਦਾਖਲਾ ਮਿਲ ਗਿਆ, ਇੱਕ ਨੂੰ MBBS 'ਚ ਪਟਿਆਲੇ ਦਾਖਲਾ ਮਿਲ ਗਿਆ। 1 ਸਾਲ ਦੇ ਵਿੱਚ ਹੀ ਸਭ ਕੁਝ ਹੋ ਗਿਆ। ਸੋ ਕਈ ਵਾਰੀ ਥਾਵਾਂ ਪਵਿੱਤਰ ਨਹੀਂ ਹੁੰਦੀਆਂ, ਆਪਾਂ ਨੂੰ ਪਤਾ ਨਾ ਹੋਣ ਕਰਕੇ ਆਪਾਂ ਉੱਥੇ ਦੁਖੀ ਰਹਿੰਦੇ। ਫਿਰ ਕੋਈ ਨਾ ਕੋਈ ਮਹਾਂਪੁਰਖ ਆਵੇ, ਉਹ ਦੱਸੇ ਕਿ ਭਾਈ ਇਹਦਾ ਆਹ ਹੱਲ ਹੈ, ਤਾਂ ਹੀ ਕੋਈ ਗੱਲ ਬਣ ਸਕਦੀ। ਕਈ ਵਾਰੀ ਮੈਂ ਦੇਖਿਆ ਪਾਠ ਕਰਨ ਨਾਲ ਵੀ ਘਰ ਪਵਿੱਤਰ ਨਹੀਂ ਹੁੰਦਾ, ਫਿਰ ਅਖੰਡ ਪਾਠ ਕਰਾਉਣੇ ਪੈਂਦੇ ਨੇ। ਫਿਰ ਅਖੰਡ ਪਾਠ ਕਰਾਇਆ, ਪਹਿਲਾਂ 1 ਕਰਾਇਆ, ਫਿਰ ਦੇਖੀਦਾ ਵੀ ਹਾਂ ਹੁਕਮਨਾਮਾ ਕੀ ਆਇਆ। ਜੇ ਤਾਂ ਆ ਗਿਆ ਹੋ ਗਿਆ ਪਵਿੱਤਰ, ਫਿਰ ਤਾਂ ਠੀਕ ਹੈ, ਨਹੀਂ ਤਾਂ ਫਿਰ ਦੂਜਾ ਕਰਾਉਣਾ ਪੈਂਦਾ, ਤੀਜਾ ਵੀ ਕਰਾਉਣਾ ਪੈਂਦਾ ਹੈ। ਜਦੋਂ ਘਰ ਪਵਿੱਤਰ ਹੋਵੇਗਾ ਤਾਂ ਜਾ ਕੇ ਘਰ ਦੇ ਵਿੱਚ ਸ਼ਾਂਤੀ ਹੋਏਗੀ, ਨਹੀਂ ਤਾਂ ਕੋਈ ਨਾ ਕੋਈ ਅੜਚਨ ਆਈ ਹੀ ਰਹਿੰਦੀ ਹੈ। ਇਸ ਲਈ ਉਹ ਵੱਡੇ ਭਾਗਾਂ ਵਾਲੇ ਪਰਿਵਾਰ ਹਨ ਜਿਹੜੇ ਘਰ ਦੇ ਵਿੱਚ ਬੈਠ ਕੇ ਭਜਨ ਬੰਦਗੀ ਕਰਦੇ ਨੇ, ਘਰ ਪਵਿੱਤਰ ਹੁੰਦਾ ਹੈ, ਸਾਰਾ ਵਾਤਾਵਰਨ ਸ਼ੁੱਧ ਹੋ ਜਾਂਦਾ ਹੈ। ਕੱਲ੍ਹ ਇੱਕ ਆਇਆ, ਅੰਦਰ ਵੜਦੇ ਸਾਰੀ ਕਹਿੰਦਾ, ਜਦ ਮੈਂ ਕਮਰੇ 'ਚ ਵੜਿਆ, ਕਹਿੰਦੇ ਬਾਬਾ ਜੀ ਕਿੰਨੀ ਸ਼ਾਂਤੀ ਹੈ। ਮੈਂ ਭਾਈ ਫਿਰ ਸਾਨੂੰ ਤਾਂ ਪਾਠ ਤੋਂ ਬਿਨਾਂ ਹੋਰ ਕੰਮ ਹੀ ਕੋਈ ਨਹੀਂ, ਇੱਥੇ ਹਰ ਵਕਤ ਹੀ ਸਿਮਰਨ ਹੁੰਦਾ ਰਹਿੰਦਾ ਹੈ, ਪਾਠ ਹੁੰਦਾ ਰਹਿੰਦਾ ਹੈ। ਇਸ ਕਰਕੇ ਫਿਰ ਸਾਰਾ ਜਿਹੜਾ ਵਾਤਾਵਰਨ ਵਾਯੂ ਮੰਡਲ ਹੈ ਉਹ ਸਾਰਾ ਸ਼ਾਂਤ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਉਸ ਵਾਯੂ ਮੰਡਲ 'ਚ ਫਿਰ ਜਿਹੜਾ ਐਂਟਰ ਕਰਦਾ ਉਹਦੇ ਵਿਚਾਰ ਬਦਲ ਜਾਂਦੇ। ਗੁਰਦੁਆਰੇ ਤੋਂ ਬਾਹਰ ਸਾਡੇ ਹੋਰ ਵਿਚਾਰ ਹੁੰਦੇ ਨੇ, ਗੁਰਦੁਆਰੇ 'ਚ ਐਂਟਰ ਕਰਦੇ ਸਾਰੇ ਮੈਂ ਦੇਖਿਆ ਮਨ 'ਤੇ ਬਹੁਤ ਅੱਛਾ ਪ੍ਰਭਾਵ ਪੈਂਦਾ। ਕਿਉਂ? ਉੱਥੇ ਹਰ ਵਕਤ ਹੀ ਕੀਰਤਨ ਹੋ ਰਿਹਾ ਹੈ, ਕਥਾ ਵਾਰਤਾ ਹੋ ਰਹੀ ਹੈ, ਪਾਠ ਹੋ ਰਹੇ ਹੁੰਦੇ ਹਨ, ਉੱਥੇ ਸ਼ਾਂਤੀ ਮਿਲਣੀ ਹੀ ਮਿਲਣੀ ਹੈ। ਤਾਂ ਕਿ ਗੁਰੂ ਮਹਾਰਾਜ ਕਹਿੰਦੇ ਪ੍ਰੇਮਾ ਭਗਤੀ ਕੀਤੀ, ਨਾਮ ਜਪਿਆ, ਸਾਧੂ ਦੀ ਸੰਗਤ ਕੀਤੀ, ਸੁਖ ਦੀ ਪ੍ਰਾਪਤੀ ਹੋ ਗਈ। ਏਕ ਓੰਕਾਰ ਸਤਿਗੁਰ ਪ੍ਰਸਾਦ। ਇਹ ਤਤ ਸਾਰ ਹੈ ਗੁਰਬਾਣੀ ਦਾ, ਅਤੇ ਸਿੱਖ ਧਰਮ ਦਾ ਬਹੁਤ ਵੱਡਾ ਸਿਧਾਂਤ ਹੈ ਕਿ ਜਿਹੜੀ ਪਰਮਾਤਮਾ ਦੀ ਪ੍ਰਾਪਤੀ ਹੈ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਨਿਰਾ ਭਜਨ ਬੰਦਗੀ ਕਰਨ ਨਾਲ ਨਹੀਂ ਗੱਲ ਬਣਦੀ, ਜਿੰਨਾ ਚਿਰ ਕਿਰਪਾ ਨਾ ਹੋਵੇ। ਗੁਰੂ ਨੂੰ ਤਾਂ ਇਸ ਤਰ੍ਹਾਂ ਸਮਝਣਾ ਹੈ ਵੀ ਜਿਵੇਂ ਲਿਫਟ ਹੁੰਦੀ ਹੈ, ਤੁਸੀਂ 9-10 ਮੰਜ਼ਲੀ ਇਮਾਰਤ ਹੈ, ਪੌੜੀਆਂ ਚੜ੍ਹ ਰਹੇ ਹੋ ਸਕਦਾ ਹੈ ਧੁਰ ਤੱਕ ਪੌੜੀਆਂ ਰਾਹੀਂ ਪਹੁੰਚ ਹੀ ਨਾ ਹੋਵੇ, ਅਤੇ ਜਿਹੜੇ 4ਥੀ ਜਾਂ 5ਵੀਂ ਮੰਜ਼ਲ 'ਤੇ ਤੁਹਾਨੂੰ ਲਿਫਟ ਮਿਲ ਜਾਏ, ਉਹ 1 ਮਿੰਟ 'ਚ ਤੁਹਾਨੂੰ ਉੱਪਰ ਲੈ ਜਾਏ। ਇਸ ਤਰ੍ਹਾਂ ਗੁਰੂ ਮਹਾਰਾਜ ਜਦੋਂ ਦੇਖਦੇ ਨੇ ਕਿ ਇਹ ਬੰਦਾ ਸੱਚੇ ਦਿਲੋਂ ਭਜਨ ਬੰਦਗੀ ਕਰ ਰਿਹਾ ਹੈ, ਉਹ ਫਿਰ ਲਿਫਟ ਦਾ ਕੰਮ ਕਰਦੇ ਨੇ, ਸਾਨੂੰ ਆਪਣੀ ਮੰਜ਼ਿਲ 'ਤੇ ਪਹੁੰਚਾ ਦਿੰਦੇ ਨੇ। ਉਹ ਕਿਰਪਾ ਹੋ ਜਾਂਦੀ। ਫਿਰ ਯਤਨ ਅਸੀਂ ਕਰੀ ਜਾਣਾ ਹੈ, ਵਿਸ਼ਵਾਸ ਰੱਖਣਾ ਕਿ ਜਦੋਂ ਅਸੀਂ ਯਤਨ ਕਰ ਰਹੇ ਹਾਂ, ਅਸੀਂ ਗੁਰੂ ਵੱਲ ਨੂੰ ਜਾ ਰਹੇ ਹਾਂ,
ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿ ਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਮਹਾਰਾਜ ਤੁਸੀਂ ਇੱਕ ਕਦਮ ਚੱਲਣਾ ਹੈ, ਗੁਰੂ ਮਹਾਰਾਜ ਜੀ ਕਰੋੜ ਕਦਮ ਚੱਲ ਕੇ ਤੁਹਾਡੇ ਵੱਲ ਨੂੰ ਆਉਣਾ ਹੈ। ਉਹ ਫਿਰ ਜਿੱਥੇ ਮਿਲ ਗਏ ਆ ਕੇ ਉੱਥੇ ਉਹਨਾਂ ਕਿਰਪਾ ਕਰਦੇ ਨੇ। ਇਸ ਲਈ ਗੁਰੂ ਨੂੰ ਕਹਿੰਦੇ ਲਿਫਟ ਦਾ ਕੰਮ ਕਰਦੇ ਨੇ। ਅਸੀਂ ਕਿਸੇ ਸਥਾਨ 'ਤੇ ਕਿੰਨੀ ਸ਼ਰਧਾ ਨਾਲ ਜਾ ਰਹੇ ਹਾਂ ਇਸ 'ਤੇ ਨਿਰਭਰ ਕਰਦਾ ਹੈ। ਕਈ ਵਾਰੀ ਪਹਿਲੀ ਵਾਰ ਜਦੋਂ ਅਸੀਂ ਕਿਸੇ ਸਥਾਨ 'ਤੇ ਧਾਰਮਿਕ ਥਾਂ 'ਤੇ ਜਾਂਦੇ ਸਾਡੇ ਅੰਦਰ ਬੜੀ ਸ਼ਰਧਾ ਹੁੰਦੀ ਹੈ। ਪਹਿਲੀ ਵਾਰ ਤੁਸੀਂ ਅੰਮ੍ਰਿਤਸਰ ਚੱਲੇ ਹਰਿਮੰਦਰ ਸਾਹਿਬ, ਸ਼ਰਧਾ ਹੋਰ ਹੋਏਗੀ। 5ਵੀਂ 7ਵੀਂ ਵਾਰ ਚੱਲਿਓ, ਗੱਲ ਹੋਰ ਹੋਏਗੀ। ਪਹਿਲੀ ਵਾਰ ਹਜ਼ੂਰ ਸਾਹਿਬ ਜਾ ਰਹੇ ਹੋ, ਹੋਰ ਗੱਲ ਹੋਏਗੀ। ਚੌਥੀ 5ਵੀਂ ਵਾਰੀ ਜਾ ਰਹੇ ਹੋ, ਹੋਰ ਗੱਲ ਹੋਏਗੀ। ਪਹਿਲੀ ਵਾਰੀ ਮੈਂ ਦੇਖਿਆ ਜੋ ਬੰਦਾ ਜਿਹਦੇ ਅੰਦਰ ਬੜੀ ਸ਼ਰਧਾ ਭਾਵਨਾ ਹੁੰਦੀ ਹੈ ਅਤੇ ਉਹ ਜਿਹੜੇ ਭਾਗ ਨੇ ਉਸ ਸ਼ਰਧਾ ਭਾਵਨਾ ਨੂੰ ਲੱਗਦੇ ਨੇ। ਕੀ ਤੁਸੀਂ ਇਕੱਲੇ ਹਜ਼ੂਰ ਸਾਹਿਬ ਚੱਲਿਓ ਕਿ ਉੱਥੇ ਆਲੇ ਦੁਆਲੇ ਥਾਵਾਂ ਵੇਖਣੀਆਂ ਨੇ? ਧਾਰਮਿਕ ਥਾਵਾਂ ਵੇਖਣੀਆਂ ਉਹ ਤਾਂ ਹੋਰ ਗੱਲ ਹੈ। ਹੋਰ ਥਾਵਾਂ ਵੇਖਣੀਆਂ ਫਿਰ ਗੁਰੂ ਮਹਾਰਾਜ ਕਹਿੰਦੇ ਇਹ ਮੈਨੂੰ ਨਹੀਂ ਮਿਲਣਾ ਆਇਆ, ਇਹ ਤਾਂ ਸੈਰ ਸਪਾਟੇ ਦੇ ਤੌਰ 'ਤੇ ਆਇਆ। ਅੰਮ੍ਰਿਤਸਰ ਤੁਹਾਨੂੰ ਕੰਮ ਹੈ ਕੋਈ, ਉੱਥੇ ਗਿਓ ਅਤੇ ਵੇਲ ਮਿਲੀਏ ਮੱਥਾ ਟੇਕ ਆਇਓ ਅਤੇ ਗੁਰੂ ਮਹਾਰਾਜ ਕਹਿੰਦੇ ਕੰਮ ਆਇਆ ਸੀ ਆਪਣੇ, ਨਿਰਾ ਮੈਨੂੰ ਮਿਲਣ ਨਹੀਂ ਆਇਆ। ਤੁਸੀਂ ਚੱਲੇ ਹੀ ਪਟਿਆਲੇ ਤੋਂ ਗੁਰੂ ਮਹਾਰਾਜ ਨੂੰ ਮਿਲਣ ਹੋ, ਫਿਰ ਹੋਰ ਗੱਲ ਹੁੰਦੀ ਹੈ। ਕੰਮ ਕਿਸੇ ਹੋਰ ਗਏ ਉਂਝ ਉੱਥੇ ਮੱਥਾ ਟੇਕਣ ਚਲੇ ਗੋ, ਗੱਲ ਹੋਰ ਹੋਏਗੀ। ਮੈਨੂੰ ਯਾਦ ਹੈ ਹਰ ਵਾਰੀ ਤਾਂ ਨਹੀਂ ਹੁੰਦਾ। ਇਹ ਸਰਦਾਰ ਗੁਰਨਾਮ ਸਿੰਘ, ਬੀਬੀ ਨਰਿੰਦਰਜੀਤ ਕੌਰ ਜੀ, ਇਹ ਕਹਿੰਦੇ ਅਸੀਂ ਨਾ ਕੰਧ ਸਾਹਿਬ ਗੁਰਦੁਆਰਾ ਬਟਾਲੇ ਨਹੀਂ ਵੇਖਿਆ। ਮੈਂ ਚਲੋ ਤੁਹਾਨੂੰ ਵਿਖਾ ਲਿਓ ਨੇ। ਇਹਨਾਂ ਦੇ ਰਿਸ਼ਤੇਦਾਰ ਜਲੰਧਰ ਸਨ। ਉਹਨਾਂ ਦਾ ਟੈਲੀਫੋਨ ਆ ਗਿਆ ਬਈ ਬਾਬਾ ਜੀ ਤੁਹਾਡੇ ਨਾਲ ਆ ਰਹੇ ਨੇ, ਸਵੇਰ ਦਾ ਲੰਗਰ ਤੁਸੀਂ ਇੱਥੇ ਛਕਣਾ ਫਿਰ ਜਾਣਾ। ਅਸੀਂ ਜਲੰਧਰ ਰੁਕ ਗਏ, ਉਹਨਾਂ ਦੇ ਘਰ ਲੰਗਰ ਛਕਿਆ। ਇੱਕ ਗੁਆਂਢੀ ਆ ਗਿਆ ਜੀ, ਬਾਬਾ ਜੀ ਸਾਡੇ ਘਰ ਵੀ ਚਰਨ ਪਾ ਦਿਓ। ਮੈਂ ਉਹਨਾਂ ਦੇ ਘਰ ਕੌਫੀ ਪੀ ਰਿਹਾ ਹਾਂ। ਇਸ ਤਰ੍ਹਾਂ ਮੇਰੇ ਹੱਥ 'ਚ ਕੱਪ ਫੜਿਆ ਹੋਇਆ, ਕੀ ਦੇਖਦਾ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਚਿੱਟੇ ਚੋਲੇ ਦੇ ਵਿੱਚ ਮੈਨੂੰ ਆ ਕੇ ਕਹਿੰਦਾ, ਸਿੰਘ ਸਾਹਿਬ ਗੁਰੂ ਨਾਨਕ ਦੇਵ ਜੀ ਤੁਹਾਨੂੰ ਉੱਥੇ ਯਾਦ ਕਰ ਰਹੇ ਨੇ, ਤੁਸੀਂ ਇੱਥੇ ਕਾਫੀਆਂ ਪੀ ਰਹੇ ਹੋ। ਮੈਂ ਮਸਾਂ ਹੀ ਕੱਪ ਜਿਹੜਾ ਹੈ ਮੇਰੇ ਹੱਥ 'ਚ ਡਿੱਗਣੋਂ ਬਚਿਆ, ਮੈਨੂੰ ਕੰਪਨੀ ਛਿੜ ਗਈ। ਮੈਂ ਜੋ ਦਰਸ਼ਨ ਕੀਤੇ ਮੈਂ ਭਾਈ ਕਿਹੜੀ ਰੂਹ ਆ। ਮੈਂ ਉਹਨਾਂ ਨੂੰ ਕਿਹਾ ਜੀ ਫਟਾਫਟ ਚੱਲੋ ਜੀ। ਕਹਿੰਦੇ ਕੀ ਹੋ ਗਿਆ? ਬਸ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ। ਉਹ ਵੀ ਸਮਝ ਗਏ ਨਾਲ ਵਾਲੇ ਕਿ ਇਹਨਾਂ ਤਾਂ ਪਤਾ ਸੀ ਫਿਰ ਇਹ ਕੋਈ ਗੱਲ ਵੀ ਇਹਨਾਂ ਨੂੰ ਕੋਈ ਦੱਸਿਆ ਹੈ, ਤਾਂ ਇਹਨਾਂ ਦੇ ਸਰੀਰ 'ਚ ਥਰ ਥਰਾਟ ਸ਼ੁਰੂ ਹੋ ਗਈ ਹੈ, ਹਿੱਲਣਾ ਸ਼ੁਰੂ ਹੋ ਗਿਆ ਹੈ। ਚਲੋ ਉਹਨਾਂ ਵੀ ਛੇਤੀ ਗਿਆ। ਉੱਥੇ ਕੀ ਹੋਇਆ, ਮੈਂ ਉਹਨੂੰ ਦੇਗ ਵਾਲੇ ਨੂੰ ਕਿਹਾ ਮੈਨੂੰ 500 ਦੀ ਦੇਗ ਦੇ ਦੇ। ਉਹਨੇ 10 ਕੜਛੀਆਂ ਦੇਗ ਦੇਣੀ ਸੀ। ਇੱਕ ਕੜਛੀ ਜਦੋਂ ਦੇਗ ਥਾਲੀ 'ਚ ਪਾਈ ਨਾ, ਦੂਜੀ ਕੜਛੀ ਵੇਲੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ। ਉਹਨਾਂ ਕੜਛੀ ਉਹਦੇ ਹੱਥੋਂ ਫੜ ਕੇ ਬਾਕੀ 9 ਕੜਛੀਆਂ ਜਿਹੜੀਆਂ ਨੇ ਆਪ ਪਾਈਆਂ। ਜਦੋਂ ਮੈਂ ਗੁਰੂ ਨਾਨਕ ਦੇ ਦਰਸ਼ਨ ਉੱਥੇ ਕਿਤੇ ਮੈਨੂੰ ਗਿਆ ਲੈ ਮੈਂ ਡਿੱਗੂੰਗਾ, ਮੈਂ ਉਹਨੇ ਜੰਗਲੇ ਨੂੰ ਹੱਥ ਪਾ ਲੈ ਕਰੀ ਜਿਹੜਾ। ਕਿੰਨੀ ਦੇਰ ਬਾਅਦ ਜਾ ਕੇ ਉਹਨਾਂ ਦੇਗ ਵਾਲੀ ਥਾਲੀ ਨਾਲ ਵਾਲਿਆਂ ਨੇ ਫੜ ਲਈ। ਕੋਈ ਦੇਰ ਬਾਅਦ ਜਾ ਕੇ ਮੈਂ ਨੋਰਮਲ ਹੋਇਆ। ਚਲੋ ਜਾ ਕੇ ਮੱਥਾ ਟੇਕਿਆ, ਜੋ ਕੁਛ ਕਰਨਾ ਸੀ ਕੀਤਾ। ਉਹ ਜਿਹੜਾ ਦੇਗ ਦੇਣ ਵਾਲਾ ਭਾਈ ਸੀ ਉਹ ਵੀ ਸਮਝ ਗਿਆ ਵੀ ਇਹਨਾਂ ਨੂੰ ਕਿਸੇ ਚੀਜ਼ ਦੇ ਦਰਸ਼ਨ ਹੋਏ ਨੇ। ਉਹ ਅੰਦਰ ਆ ਗਿਆ, ਮੇਰੇ ਕੋਲ ਬੈਠਾ ਸੀ ਅੰਦਰ। ਕਹਿੰਦਾ ਜੀ ਵੀ ਕਿਰਪਾ ਕਰਕੇ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿਸ ਦੇ ਦਰਸ਼ਨ ਹੋਏ? ਮੈਨੂੰ ਲੱਗਿਆ ਵੀ ਕੁਛ ਹੋਇਆ ਤੁਹਾਨੂੰ। ਮੈਂ ਭਾਈ ਬਹੁਤਾ ਤਾਂ ਦੱਸਣ ਵਾਲੀ ਗੱਲਾਂ ਨਹੀਂ ਹੁੰਦੀਆਂ, ਮੈਨੂੰ ਨਾ ਗੁਰੂ ਨਾਨਕ ਦੇਵ ਦੇ ਦਰਸ਼ਨ ਹੋਏ। ਇੱਕ ਕੜਛੀ ਤੁਸੀਂ ਪਾਏ ਸੀ, 9 ਕੜਛੀਆਂ ਦੇ ਗੁਰੂ ਨਾਨਕ ਦੇਵ ਫੜ ਕੇ ਪਾਈਆਂ। ਇਹ ਹੈ ਪਹਿਲੀ ਵਾਰ ਕਿਤੇ ਜਾਣਾ ਅਤੇ ਸ਼ਰਧਾ ਨਾਲ ਜਾਣਾ। ਮੈਂ ਤਾਂ ਤੁਹਾਡੇ ਨਾਲ ਸਾਂਝਾ ਕੀਤਾ। ਜੇ ਬਹੁਤੀ ਵਾਰੀ ਗੱਲਾਂ ਇਹ ਸਾਂਝੀ ਕੀਤੀਆਂ ਨਾ, ਮੁੜ ਕੇ ਦ੍ਰਿਸ਼ ਨਹੀਂ ਆਇਆ ਕਰਦਾ ਹੈ।
ਇਸ ਲਈ ਅਗਰ ਤੁਹਾਨੂੰ ਭਜਨ ਬੰਦਗੀ ਕਰਦਿਆਂ ਕੋਈ ਇਹੋ ਜਿਹੇ ਦ੍ਰਿਸ਼ ਦਿਖਾਈ ਦੇਣ, ਸਿਰਫ ਮੇਰੇ ਨਾਲ ਵਿਚਾਰ ਵਟਾਂਦਰਾ ਕਰਨਾ, ਆਮ ਲੋਕਾਂ ਨੂੰ ਨਹੀਂ ਦੱਸਦੇ ਫਿਰਨਾ, ਨਹੀਂ ਤਾਂ ਮੁੜ ਕੇ ਦ੍ਰਿਸ਼ ਨਹੀਂ ਤੁਹਾਨੂੰ ਵਿਖਾਈ ਦੇਣਾ। ਕਿਉਂਕਿ ਗੁਰੂ ਮਹਾਰਾਜ ਕੇ ਸਿੱਖਾ, ਇਹ ਤੇਰੇ ਮੇਰੇ ਵਿੱਚ ਭੇਦ ਸੀ ਅਤੇ ਤੂੰ ਓਪਨ ਕਰ ਦਿੱਤਾ ਹੈ। ਪਰ ਕਈ ਵਾਰੀ ਕਥਾਕਾਰ ਨੂੰ ਦੂਜਿਆਂ ਦੇ ਭਲੇ ਲਈ ਦੱਸਣਾ ਪੈਂਦਾ ਕਿ ਭਾਈ ਐਵੇਂ ਹੀ ਹੁੰਦਾ ਹੈ। ਤਾਂ ਮੈਂ ਦੱਸਿਆ, ਆਪਾਂ ਪਹਿਲੀ ਵਾਰ ਕਿਤੇ ਚੱਲੇ ਹਾਂ, ਸ਼ਰਧਾ ਭਾਵਨਾ ਨਾਲ ਚੱਲੇ ਹਾਂ, ਹੋਰ ਗੱਲ ਹੁੰਦੀ ਹੈ। ਜਦੋਂ 5-7 ਵਾਰੀ ਜਾਈਏ ਫਿਰ ਉਹ ਨਹੀਂ ਗੱਲ ਰਿਹਾ ਕਰਦੀ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਇਹ ਗੁਰੂ ਦੀ ਕਿਰਪਾ ਚਾਹੀਦੀ ਹੁੰਦੀ, ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਰਾਗ ਆਸਾ ਘਰ ਸਤਵਾਂ ਮਹਿਲਾ ਪੰਜਵਾਂ। ਲਾਲ ਚੋਲਣਾ ਤੈਂ ਤਨ ਸੋਹਿਆ, ਸੁਰਜਨ ਪਾਨੀ ਤਾਂ ਮਨ ਮੋਹਿਆ। ਅੱਛਾ, ਅੱਗੇ 2 ਨੰਬਰ ਤੋਂ ਪਾਸੇ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ। ਤੂੰ ਸਤਵੰਤੀ ਹੈ, ਸਤ ਵਾਲੀ, ਉੱਚੇ ਆਚਰਨ ਵਾਲੀ ਹੈ। ਤੂੰ ਪ੍ਰਧਾਨ ਹੈ, ਤੂੰ ਦੂਜਿਆਂ ਨਾਲ ਸ੍ਰੇਸ਼ਟ ਹੈ, ਉੱਤਮ ਹੈ। ਤੂੰ ਪ੍ਰੀਤਮ ਭਾਨੀ, ਤੂੰ ਆਪੇ ਪਿਆਰੇ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਭਾਨੀ ਉਹਦੀ ਚੰਗੀ ਲੱਗਣਾ। ਤੂੰ ਹੀ ਸੁਰ ਗਿਆਨ, ਤੂੰ ਬਹੁਤ ਉੱਚੇ ਗਿਆਨ ਵਾਲੀ ਹੈ। ਸੁਰ ਗਿਆਨ ਜਿਵੇਂ ਦੇਵਤਿਆਂ ਦਾ ਗਿਆਨ, ਉੱਚੇ ਗਿਆਨ ਵਾਲੀ। ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਤੂੰ ਆਪਣੇ ਪਿਆਰੇ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਤਾਂ ਹੀ ਤੇਰਾ ਰੰਗ ਲਾਲ ਸੁਰਖ ਹੈ। ਕਹੋ ਨਾਨਕ ਸ਼ੁਭ ਦ੍ਰਿਸ਼ਟ ਨਿਹਾਲ, ਪਰਮਾਤਮਾ ਨੇ ਸ਼ੁਭ ਦ੍ਰਿਸ਼ਟੀ ਨਾਲ ਦੇਖਿਆ ਅਤੇ ਨਿਹਾਲ ਕਰ ਦਿੱਤਾ। ਸੋਨਰੀ ਸਖੀ ਇਹ ਹਮਰੀ ਘਾਲ, ਹੈ ਸਖੀ ਸੁਣ ਅਸੀਂ ਕੀ ਮਿਹਨਤ ਕੀਤੀ ਹੈ। ਘਾਲ ਮਸ਼ੱਕਤ ਮਿਹਨਤ। ਪ੍ਰਭ ਆਪ ਸ਼ਿੰਗਾਰ ਸਵਾਰਨਹਾਰ, ਪਰਮਾਤਮਾ ਸਾਡੇ ਜੀਵਨ ਨੂੰ ਸਵਾਰਨ ਵਾਲਾ ਹੈ, ਉਹਨੇ ਹੀ ਮੈਨੂੰ ਸ਼ਿੰਗਾਰਿਆ ਹੈ। ਇਹ ਤਾਂ ਉਹਦੀ ਕਿਰਪਾ ਹੋਈ ਹੈ, ਸਾਡੀ ਕਾਲਨਾ ਨਹੀਂ, ਇਹ ਤਾਂ ਪਰਮਾਤਮਾ ਦੀ ਕਿਰਪਾ ਹੋਈ ਹੈ। ਸੋ ਉਹਦੀ ਕਿਰਪਾ ਹੁੰਦੀ। ਰਹਾਉ ਦੂਜਾ। ਆਸਾ ਮਹਿਲਾ ਪੰਜਵਾਂ। ਦੁਖ ਘਨੋ ਜਬ ਹੋਤੇ ਦੂਰ, ਹੈ ਪਰਮਾਤਮਾ ਜਦੋਂ ਅਸੀਂ ਤੁਹਾਡੇ ਤੋਂ ਦੂਰ ਸੀ, ਸਾਨੂੰ ਬਹੁਤ ਦੁੱਖ ਸੀ। ਅਸੀਂ ਪਰਮਾਤਮਾ ਤੋਂ ਦੂਰ ਹੁੰਦੇ ਹਾਂ, ਪਰਮਾਤਮਾ ਸਾਡੇ ਦੂਰ ਨਹੀਂ ਹੁੰਦਾ। ਖਿਆਲ ਰੱਖਣਾ, ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੁੰਦਾ, ਅਸੀਂ ਹੀ ਉਸ ਤੋਂ ਦੂਰ ਹੋ ਜਾਂਦੇ। ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਸਾਡੇ ਵਿੱਚ ਹੈ ਉਹ, ਅਸੀਂ ਉਸ ਤੋਂ ਦੂਰ ਨਹੀਂ। ਅਸੀਂ ਮਾਨਸਿਕ ਤੌਰ 'ਤੇ ਪਰਮਾਤਮਾ ਤੋਂ ਦੂਰ ਹੋ ਜਾਂਦੇ। ਮੋਹ ਮਾਇਆ 'ਚ ਹੋਰ ਕੰਮਾਂ 'ਚ ਫਸ ਜਾਂਦੇ, ਰੱਬ ਭੁੱਲ ਭੁਲਾ ਜਾਂਦਾ ਹੈ। ਜਾਂ ਰੱਬ ਨੇ ਕੋਈ ਕੰਮ ਨਹੀਂ ਕੀਤਾ, ਅਸੀਂ ਕੁਝ ਸਮਝ ਉਹਦੇ ਤੋਂ ਰੁੱਸ ਜਾਂਦੇ ਹਾਂ। ਜਿਵੇਂ ਗੁਰੂ ਨਾਨਕ ਦੇ ਮਰਦਾਨੇ ਤੋਂ ਦੂਰ ਨਹੀਂ ਸਨ, ਪਰ ਮਰਦਾਨਾ ਜੀ ਰੁੱਸ ਗਏ। ਉਹਨਾਂ ਦਾ ਰੁੱਸਣਾ ਜਾਇਜ਼ ਵੀ ਸੀ। ਬਈ 4 ਦਿਨ ਹੋ ਗਏ ਜੰਗਲ 'ਚੋਂ ਲੰਘਦਿਆਂ ਹੋਇਆਂ, ਕੋਈ ਖਾਣ ਨੂੰ ਨਹੀਂ, ਪੀਣ ਨੂੰ ਨਹੀਂ ਹੈ। ਹਾਲੇ ਕਹਿੰਦੇ ਮੈਂ ਨਹੀਂ ਤੁਹਾਡੇ ਨਾਲ ਰਹਿੰਦਾ ਸੀ। ਆਪਸੀ ਪ੍ਰੇਮ ਸੀ। ਜਦੋਂ ਆਪਾਂ ਬਹੁਤ ਸਮਾਂ ਇਕੱਠੇ ਰਹੀਏ, ਦੋਸਤਾਂ ਵਾਲੀ ਗੱਲ ਹੋ ਜਾਂਦੀ ਹੈ। ਆਪਸੀ ਪ੍ਰੇਮ ਸੀ ਕਿ ਮੈਂ ਨਹੀਂ ਤੁਹਾਡੇ ਨਾਲ ਰਹਿੰਦਾ, ਮੈਂ ਤਾਂ ਵਾਪਸ ਚੱਲਿਆ। ਗੁਰੂ ਮਾਰ ਕੇ ਮਰਦਾਨਾ ਜੀ, ਇੱਥੋਂ ਤਲਵੰਡੀ ਬਹੁਤ ਦੂਰ ਹੈ ਅਤੇ ਤੁਹਾਨੂੰ ਰਾਹ ਵੀ ਨਹੀਂ ਪਤਾ, ਤੁਸੀਂ ਨਾ ਜਾਓ। ਨਾ ਜੀ ਕਹਿੰਦਾ, ਤੁਹਾਨੂੰ ਤਾਂ ਨਾ ਭੁੱਖ ਲੱਗੇ ਨਾ ਪਿਆਸ ਲੱਗੇ, ਮੈਨੂੰ ਤਾਂ ਲੱਗਦੀ ਹੈ ਕੋਈ ਪਿੰਡ ਆ ਹੀ ਨਹੀਂ ਰਿਹਾ, ਮੇਰੇ ਭੁੱਖ ਨਾਲ ਮੇਰੀ ਜਾਨ ਨਿਕਲਦੀ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ, ਕਈ ਵਾਰੀ ਅਸੀਂ ਚਾਹੇ ਪਿਆਰ 'ਚ ਰੁੱਸ ਜਾਂਦੇ ਹਾਂ, ਰੱਬ ਨਾਲ ਕਈ ਵੀ ਨਾਰਾਜ਼ ਹੁੰਦੇ ਹਾਂ, ਤੂੰ ਮੇਰੀ ਗੱਲ ਨਹੀਂ ਮੰਨੀ ਹੈਗੀ। ਕਈ ਵਾਰ ਬੱਚੇ ਬੜੀ ਮਿਹਨਤ ਕੀਤੀ, ਪਾਸ ਨਹੀਂ ਹੋਇਆ ਹੈ, ਉਹ ਕਹਿੰਦੇ ਮੈਂ ਪਾਠ ਵੀ ਕੀਤਾ ਜੀ, ਮੈਂ ਮਿਹਨਤ ਵੀ ਕੀਤੀ, ਮੈਂ ਫਿਰ ਵੀ ਨਹੀਂ ਪਾਸ ਹੋਇਆ ਹੈ। ਉਹ ਕਈ ਵਾਰੀ ਗਿਲਾ ਕਰਨ ਲੱਗ ਜਾਂਦਾ ਹੈ। ਕੋਈ ਨਾ ਕੋਈ ਸਾਡੇ ਵੱਲੋਂ ਕਸਰ ਰਹਿ ਜਾਂਦੀ ਹੈ। ਸੋ ਇਸ ਲਈ ਦੁੱਖ ਕਰੋ ਜਬ ਹੋਤੇ ਦੂਰ, ਜਦੋਂ ਅਸੀਂ ਤੁਹਾਡੇ ਤੋਂ ਦੂਰ ਸੀ, ਸਾਨੂੰ ਬਹੁਤ ਦੁੱਖ ਲੱਗਦਾ ਸੀ। ਤੁਹਾਨੂੰ ਮੈਨੇ ਬਹੁਤ ਜ਼ਿਆਦਾ ਘਣਾ
ਅਬ ਮਸਲਤ ਮੋਹੇ ਮਿਲੀ ਹਦੂਰ। ਮਸਲਤ ਹੁੰਦੀ ਸਲਾਹ। ਹੁਣ ਗੁਰੂ ਨੇ ਮੈਨੂੰ ਸਲਾਹ ਦਿੱਤੀ ਹੈ, ਸਿੱਖਿਆ ਦਿੱਤੀ ਹੈ ਕਿ ਭਾਈ ਤੂੰ ਨਾਮ ਜਪ ਪਰਮਾਤਮਾ ਦਾ। ਹੁਣ ਮਿਲੀ ਹਦੂਰ, ਮੈਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੋ ਗਈ ਹੈ। ਹੁਣ ਪਰਮਾਤਮਾ ਦੀ ਮੈਂ ਹਜ਼ੂਰੀ ਵਿੱਚ ਰਹਿੰਦਾ ਹਾਂ। ਪਰਮਾਤਮਾ ਹਾਜ਼ਰ ਨਾਜ਼ਰ ਮੈਨੂੰ ਵਿਖਾਈ ਦਿੰਦਾ ਹੈ। ਚੂਕਾ ਨਿਹੋਰਾ ਸਖੀ ਸਹੇਰੀ। ਸਖੀ ਸਹੇਲੀ ਦਾ ਜਿਹੜਾ ਨਿਹੋਰਾ ਸੀ, ਜਿਹੜੀ ਮਥਾਜੀ ਸੀ, ਉਹ ਖਤਮ ਹੋ ਗਈ। ਹੇ ਸਖੀਏ, ਹੇ ਸਹੇਲੀਏ, ਜਿਹੜਾ ਮੈਨੂੰ ਮਥਾਜੀ ਸੀ ਨਾ ਕਿਸੇ ਦੀ, ਉਹ ਖਤਮ ਹੋ ਗਈ। ਨਿਹੋਰਾ ਮਥਾਜੀ ਨੂੰ ਕਹਿੰਦੇ। ਭਰਮ ਗਿਆ ਗੁਰ ਪਿਰ ਸੰਗ ਮੇਰੀ। ਹੁਣ ਮੇਰੇ ਅੰਦਰ ਭਰਮ ਖਤਮ ਹੋ ਗਿਆ ਹੈ। ਗੁਰੂ ਨੇ ਪਿਰ ਸੰਗ ਮੇਰੀ ਮੈਨੇ ਮੇਲੀ ਮਿਲਾ ਦਿੱਤੀ। ਗੁਰੂ ਨੇ ਮੈਨੂੰ ਪ੍ਰਭੂ ਪਤੀ ਨਾਲ ਹੁਣ ਮਿਲਾ ਦਿੱਤਾ ਹੈ। ਮੇਰੇ ਅੰਦਰ ਭਰਮ ਖਤਮ ਹੋ ਗਿਆ ਹੈ। ਰਹਾ ਨਿਕਟ ਆਨ ਪ੍ਰਿਯ ਸੇਜ ਧਰੀ। ਕਾਨ ਕੱਢੜ ਤੇ ਛੂਟ ਪਰੇ। ਨਿਕਟ ਆਨ, ਗੁਰੂ ਨੇ ਮੈਨੂੰ ਪਰਮਾਤਮਾ ਦੇ ਨੇੜੇ ਲਿਆ ਕੇ ਨਾ, ਆਨ ਹੁੰਦਾ ਲਿਆ ਕੇ, ਪ੍ਰਿਯ ਸੇਜ ਧਰੀ, ਮੈਨੂੰ ਪਿਆਰੇ ਪ੍ਰਭੂ ਦੀ ਸੇਜ 'ਤੇ ਬਿਠਾ ਦਿੱਤਾ ਹੈ। ਵੀ ਲੈ ਪਏ ਇੱਥੇ ਬੈਠ। ਭਾਵ ਗੁਰੂ ਮਹਾਰਾਜ ਸਾਨੂੰ ਪਰਮਾਤਮਾ ਦੇ ਨਾਲ ਬਿਠਾਤਾ। ਕਾਣ ਕੱਢਣ 'ਤੇ ਛੂਟ ਪਰੀ। ਹੁਣ ਮੈਨੂੰ ਕਿਸੇ ਦੀ ਕਾਣ ਨਹੀਂ, ਮੈਨੂੰ ਕਿਸੇ ਦੀ ਕੋਈ ਮਥਾਜੀ ਨਹੀਂ। ਹੁਣ ਮਥਾਜੀ ਤੋਂ ਮੈਂ ਬਚ ਗਈ ਹਾਂ, ਮੈਨੂੰ ਕਿਸੇ ਕੋਈ ਪਰਵਾਹ ਨਹੀਂ ਹੋ ਰਹੀ। ਮੰਦਰ ਮੇਰਾ ਸ਼ਬਦ ਉਜਾਰਾ। ਸ਼ਬਦ ਦਿਲ ਸਾਰੀ। ਹੁਣ ਨਾਮ ਦੇ ਨਾਲ ਮੇਰੇ ਮੰਦਰ ਪਾ, ਮੇਰੇ ਹਿਰਦੇ ਦੇ ਵਿੱਚ ਗਿਆਨ ਦਾ ਉਜਾਰਾ, ਉਜਾਲਾ, ਰੋਸ਼ਨੀ ਹੋ ਗਈ ਹੈ। ਉਜਾਰਾ ਉਜਾਲੇ ਨੂੰ ਕਹਿੰਦੇ ਹਨ ਜੀ। ਹੁਣ ਗਿਆਨ ਦੀ ਰੋਸ਼ਨੀ ਮੇਰੇ ਅੰਦਰ ਹੋ ਗਈ ਹੈ। ਆਨੰਦ ਵਿਨੋਦੀ ਖਸਮ ਹਮਾਰਾ। ਹੁਣ ਪਤਾ ਲੱਗਾ ਕਿ ਮੇਰਾ ਖਸਮ, ਮੇਰਾ ਪ੍ਰਭੂ, ਮੇਰਾ ਮਾਲਕ, ਉਹ ਤਾਂ ਸਦੇ ਖੁਸ਼ ਰਹਿਣ ਵਾਲਾ, ਆਨੰਦ ਵਿਨੋਦੀ ਹੈ। ਉਹ ਤਾਂ ਆਨੰਦ 'ਚ ਰਹਿੰਦਾ ਹੈ। ਵਿਨੋਦ ਖੁਸ਼ੀਆਂ ਖੇਡ ਰਹਿੰਦਾ ਹੈ, ਉਹ ਤਾਂ ਖੁਸ਼ ਰਹਿੰਦਾ ਹੈ। ਮਸਤਕ ਭਾਗ ਮੈਂ ਫਿਰ ਘਰ ਆਇਆ। ਮੇਰੇ ਮੱਥੇ ਦੇ ਵੱਡੇ ਭਾਗ, ਮੈਂ ਫਿਰ ਘਰ ਆਇਆ। ਮੈਂ ਪ੍ਰਭੂ ਪਤੀ ਦੇ ਘਰ ਵਿੱਚ ਆ ਗਿਆ ਹਾਂ। ਮੇਰੇ ਵੱਡੇ ਭਾਗ ਨੇ, ਕਿਉਂਕਿ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਪ੍ਰਾਪਤੀ ਹੋਇਆ ਕਰਦੀ। ਸਾਡੇ ਵੱਡੇ ਭਾਗ ਹੋਣ, ਫਿਰ ਜਾ ਕੇ ਅਸੀਂ ਭਜਨ ਬੰਦਗੀ ਕਰਦੇ ਹਾਂ। ਉਦੋਂ ਵੱਡੇ ਭਾਗ ਹੋਣ, ਗੁਰੂ ਨਾਲ ਮੇਲ ਹੁੰਦਾ ਹੈ। ਉਦੋਂ ਵੱਡੇ ਭਾਗ ਹੋਣ, ਪਰਮਾਤਮਾ ਨਾਲ ਮੇਲ ਹੁੰਦਾ ਹੈ। ਪਹਿਲਾਂ ਸਤ ਸੰਗਤ 'ਚ ਆਏ, ਭਾਗ ਖੁੱਲ੍ਹਣੇ ਸ਼ੁਰੂ ਹੋ ਗਏ। ਫਿਰ ਭਜਨ ਬੰਦਗੀ ਕਰਦੇ ਰਹੇ, ਵੱਡੇ ਭਾਗ ਵਾਲੇ ਹੋ ਗਏ। ਫਿਰ ਹੋਰ ਭਜਨ ਬੰਦਗੀ ਕਰਦੇ, ਹੋਰ ਵੱਡੇ ਭਾਗਾਂ ਵਾਲੇ ਹੋ ਗਏ। ਫਿਰ ਹੋਰ ਭਜਨ ਬੰਦਗੀ ਕੀਤੀ, ਪਰਮਾਤਮਾ ਨਾਲ ਮੇਲ ਹੋ ਗਿਆ। ਭਜਨ ਬੰਦਗੀ ਮਨੁੱਖ ਦੇ ਭਾਗਾਂ ਨੂੰ ਵੱਡਿਆਂ ਕਰਦੀ ਹੈ, ਚੰਗੇ ਭਾਗ ਬਣਾਉਂਦੀ ਹੈ। ਕਈ ਵਾਰੀ ਮਨੁੱਖ ਬਦਕਿਸਮਤ ਹੁੰਦਾ ਹੈ, ਪਰ ਜੇ ਨਾਮ ਜਪਦਾ ਜਾਏ, ਜਪਦਾ ਜਾਏ, ਜਪਦਾ ਜਾਏ, ਧਰਮ ਕਹਿੰਦਾ ਚਾਹੇ ਉਹ ਚੋਰ ਹੋਵੇ, ਡਾਕੂ ਹੋਵੇ, ਲੁਟੇਰਾ ਹੋਵੇ, ਬਦਮਾਸ਼ ਹੋਵੇ, ਲੁੱਚਾ ਲਫੰਗਾ ਕਿਉਂ ਨਾ ਹੋਵੇ, ਅਗਰ ਉਹ ਇਹ ਬੁਰਾਈ ਛੱਡ ਦਿੰਦਾ ਅਤੇ ਸੱਚੇ ਦਿਲੋਂ ਭਜਨ ਬੰਦਗੀ ਕਰਦਾ ਰਹਿੰਦਾ, ਇੱਕ ਦਿਨ ਉਹ ਵੀ ਸਵਰਗ 'ਚ ਪਹੁੰਚ ਜਾਂਦਾ। ਅਜਾਮਲ ਵਰਗਿਆਂ ਦੀ ਉਦਾਹਰਨਾਂ ਦਿੱਤੀਆਂ, ਗਣਕਾ ਵਰਗਿਆਂ ਦੀ ਉਦਾਹਰਨਾਂ ਦਿੱਤੀਆਂ, ਜਿਹੜੇ ਪਹਿਲਾਂ ਜਿਹੜੇ ਸਨ ਚਾਲ ਚੱਲਣ ਦੇ ਨੀਵੇਂ ਸਨ, ਜਿਹੜੇ ਵੇਸਵਾ ਸੀ, ਛੱਡਤਾ ਵੇਸਵਾ ਆਪਣਾ। ਕਿਉਂ? ਸਾਧੂ ਦੀ ਸੰਗਤ ਹੋ ਗਈ। ਤਾਂ ਹੀ ਗੁਰਮੁਖੇ ਬਿਨ ਸੰਗਤੀ ਐਸੇ ਰਹੇਂ ਜੈਸੇ ਪਸ਼ੂ ਢੋਰ। ਸਤ ਸੰਗਤ ਤੋਂ ਬਿਨਾਂ ਤਾਂ ਬੰਦਾ ਇੰਝ ਰਹਿੰਦਾ ਜਿਵੇਂ ਡੰਗਰ ਹੋਵੇ, ਉਹਨੂੰ ਗਿਆਨ ਹੀ ਨਹੀਂ ਹੁੰਦਾ। ਜਦੋਂ ਸਾਧੂ ਨਾਲ ਮੇਲ ਹੋਇਆ ਗਣਕਾ ਦਾ, ਫਿਰ ਗਿਆਨ ਹੋਇਆ। ਬਾਕੀ ਸਾਧੂ ਨੇ ਕਿ ਪਰਮਾਤਮਾ ਨੇ ਬਿਧ ਬਣਾਤੀ। ਪਰਮਾਤਮਾ ਨੇ ਬਿਧ ਬਣਾਈ ਵੀ ਸਾਧੂ ਰਹਿੰਦਾ ਹੈ ਬਾਹਰ ਖੇਤਾਂ 'ਚ, ਝੌਂਪੜੀ 'ਚ ਰਹਿੰਦਾ। ਉਹਦੇ ਕੋਲ ਇੱਕ ਤੋਤਾ ਹੈ। ਕਈ ਦਿਨ ਝੜੀ ਲੱਗੀ ਰਹੀ,
ਸਾਧੂ ਨੂੰ ਪਿੰਡ ਦੇ ਵਿੱਚੋਂ ਕੋਈ ਰੋਟੀ ਪਾਣੀ ਹੀ ਨਹੀਂ ਦੇਣ ਆਇਆ, ਨਾ ਸਾਧੂ ਨੂੰ ਮਿਲਿਆ, ਨਾ ਕੁਝ ਤੋਤੇ ਨੂੰ ਖਾਣ ਨੂੰ ਮਿਲਿਆ। ਸਾਧੂ ਨੇ ਸੋਚਿਆ ਵੀ ਚਲੋ ਮੇਰਾ ਤੇ ਅਭਿਆਸ ਹੈ ਭੁੱਖੇ ਧਿਆਏ ਰਹਿਣ ਦਾ, ਇਹ ਤੇ ਜਾਨਵਰ ਹੈ, ਇਹ ਤਾਂ ਭੁੱਖ ਨਾਲ ਮਰ ਜਾਏਗਾ, ਮੈਂ ਕਿਉਂ ਨਾ ਇਹਦੇ ਲਈ ਨਗਰ ਦੇ ਵਿੱਚੋਂ ਕੁਝ ਖਾਣ ਲਈ ਲੈ ਆਵਾਂ। ਚੱਲ ਪਿਆ ਹੈ। ਨਗਰ 'ਚ ਆਉਂਦਿਆਂ ਦਿਨ ਛਿਪ ਗਿਆ ਹੈ। ਪੁਰਾਣੇ ਜ਼ਮਾਨੇ 'ਚ ਲਾਈਟਾਂ ਨਹੀਂ ਸੀ ਹੁੰਦੀਆਂ, ਦੀਵੇ ਹੋਇਆ ਕਿ ਦੀਵਿਆਂ ਦਾ ਚਾਨਣ ਹੁੰਦਾ ਸੀ। ਮੈਨੂੰ ਯਾਦ ਹੈ ਅਸੀਂ ਛੋਟੇ ਦੀਵੇ 'ਤੇ ਪੜ੍ਹਿਆ ਕਰਦੇ, ਹੁਣ ਤਾਂ ਦਿਸੇ ਹੀ ਨਾ ਦੀਵੇ 'ਤੇ। ਹੁਣ ਅੱਖਾਂ ਨੂੰ ਬੜੇ ਜ਼ਿਆਦਾ ਚਾਨਣ ਦੀ ਆਦਤ ਪੈ ਗਈ ਹੈ। ਹੁਣ ਤਾਂ ਸ਼ਾਇਦ ਦੀਵੇ 'ਤੇ ਵੇਖੀਏ ਤਾਂ ਸ਼ਾਇਦ ਦਿਸੇ ਨਾ, ਅੱਖਰ ਹੀ ਨਾ ਦਿਸਣ। ਦੀਵੇ, ਉਸ ਦੀਵੇ ਦਾ ਰਿਵਾਜ। ਹੁਣ ਪਰਮਾਤਮਾ ਨੇ ਗਨਕਾ ਦੇ ਜੀਵਨ 'ਚ ਪਰਿਵਰਤਨ ਲਿਆਉਣਾ ਸੀ। ਉਧਰੋਂ ਵਿਧ ਬਣਾਈ ਵੀ ਮੀਂਹ ਪੈਣਾ ਸ਼ੁਰੂ ਕਰਤਾ, ਕੋਈ ਸਾਧੂ ਨੂੰ ਰੋਟੀ ਪਾਣੀ ਦੇਣ ਹੀ ਨਹੀਂ ਆਇਆ। ਸਾਧੂ ਚੱਲ ਪਿਆ ਨਗਰ ਵੱਲ ਨੂੰ। ਜਿਹੜੇ ਅਸਲੀ ਸਾਧੂ ਹੁੰਦੇ ਨੇ ਉਹ ਮੰਗਣ ਨਹੀਂ ਜਾਇਆ ਕਰਦੇ। ਜਿਹੜਾ ਮੰਗਣ ਆ ਜੇ ਉਹ ਸਾਧੂ ਨਹੀਂ ਹੁੰਦਾ, ਉਹ ਸਾਧੂ ਰੂਪ 'ਚ ਮੰਗਤਾ ਹੁੰਦਾ, ਸਾਧੂ ਮੰਗਿਆ ਨਹੀਂ ਕਰਦੇ। ਉਹ ਕਹਿੰਦੇ ਜਿਹੜੀ ਜਿੱਥੇ ਅਸੀਂ ਬੈਠੇ ਹਾਂ, ਜੋ ਸਾਡੀ ਪ੍ਰਾਰਬਧ ਹੈ ਇੱਥੇ ਹੀ ਆਵੇਗੀ ਬਸ। ਉਹ ਲੈਣ ਨਹੀਂ ਜਾਂਦੇ, ਮੰਗਣ ਨਹੀਂ ਜਾਂਦੇ। ਆਪੇ ਸੰਗਤ ਜਿਹੜੇ ਪਿੰਡ ਦੇ ਲੋਕ ਜਿੱਥੋਂ ਦੇ ਉਹਨਾਂ ਨੂੰ ਖਾਣ ਪੀਣ ਨੂੰ ਦੇ ਕੇ ਆਉਂਦੇ ਹਨ। ਖੈਰ ਚੱਲ ਪਏ। ਜਦੋਂ ਨਗਰ 'ਚ ਪਹੁੰਚੇ ਰਾਤ ਪੈ ਗਈ ਹੈ। ਸਾਧੂਆਂ ਦਾ ਸੁਭਾਅ ਹੁੰਦਾ ਹੈ ਕਿ ਜਿਸ ਘਰ 'ਚ ਚਾਨਣ ਨਹੀਂ ਉਹਦਾ ਦਰਵਾਜ਼ਾ ਨਹੀਂ ਖੜਕਾਇਆ ਕਰਦੇ, ਅਗਲੇ ਸੌਂ ਗਏ ਹੋਣਗੇ। ਉਹਨੇ ਦੇਖਿਆ ਵੀ ਇੱਕ ਘਰ ਦੇ ਵਿੱਚ ਚੁਬਾਰੇ ਦੇ ਵਿੱਚ ਚਾਨਣ ਦੀਵਾ ਜਗ ਰਿਹਾ। ਉਹਨੇ ਜਾ ਕੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੜਕਾਇਆ। ਇੱਕ ਜਿਹੜਾ ਹੈ ਹਾਰ ਸ਼ਿੰਗਾਰ ਕੀਤਾ ਹੋਇਆ ਬੀਬੀ ਨੇ ਗੇਟ 'ਤੇ ਆਈ ਹੈ। ਦਰਵਾਜ਼ਾ ਖੋਲ੍ਹਿਆ। ਬੀਬੀ ਕਹਿੰਦੀ ਮਹਾਤਮਾ ਜੀ ਤੁਸੀਂ ਗਲਤ ਥਾਂ 'ਤੇ ਆ ਗਏ ਹੋ। ਧਿਆਨ ਦੇਣਾ, ਸਿਆਣੀ ਸੀ ਉਹ। ਕਹਿੰਦੀ ਮਹਾਤਮਾ ਜੀ ਤੁਸੀਂ ਗਲਤ ਥਾਂ 'ਤੇ ਆ ਗਏ ਹੋ। ਅੱਗੋਂ ਮਹਾਤਮਾ ਕਹਿੰਦਾ ਬੇਟਾ ਸਾਧੂਆਂ ਲਈ ਕੋਈ ਥਾਂ ਗਲਤ ਨਹੀਂ ਹੁੰਦੀ। ਕਹਿੰਦੇ ਅੱਛਾ ਫਿਰ ਆ ਜਾਓ। ਲੈ ਗਏ। ਅੰਦਰ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ। ਸਾਧੂ ਦੇ ਦਰਸ਼ਨ ਕੀਤੇ ਨੇ। ਦਰਸ਼ਨ ਭੇਟਤ ਹੋਤ ਨਿਹਾਲ ਆਉਂਦਾ ਕਿ ਨਹੀਂ। ਸਾਧ ਕੈ ਸੰਗ ਕਲੂਖਤ ਹਰੈ, ਮਨ ਦੀ ਸਾਰੀ ਮੈਲ ਲੈ ਜਾਂਦੀ ਸੰਗਤ ਕਰਕੇ। ਜਦੋਂ ਦਰਸ਼ਨ ਕੀਤੇ ਨਾ ਸਾਧੂ ਦੇ, ਮਨ 'ਚ ਹਲਚਲ ਮਚ ਗਈ। ਉਹ ਭੈੜੀ ਭਾਵਨਾ ਜਿਹੜੀ ਸੀ ਉਹ ਤਾਂ ਖਤਮ ਹੀ ਹੋ ਗਈ ਹੈ। ਸਾਧੂ ਦੀ ਸੇਵਾ ਕੀਤੀ ਹੈ, ਵਿਚਾਰ ਵਟਾਂਦਰਾ ਕੀਤਾ। ਸਾਰੀ ਰਾਤ ਭਜਨ ਬੰਦਗੀ ਚੱਲਦੀ ਰਹੀ ਹੈ। ਸਵੇਰੇ ਅੰਮ੍ਰਿਤ ਵੇਲੇ ਸਾਧੂ ਕਹਿੰਦਾ ਬੇਟਾ ਹੁਣ ਨਾ ਦਿਨ ਚੜ੍ਹ ਗਿਆ, ਸਾਡਾ ਤੁਹਾਡੇ ਘਰ ਰਹਿਣਾ ਠੀਕ ਨਹੀਂ ਹੈ। ਵੀ ਲੋਕ ਕਹਿਣਗੇ ਇਹ ਕਿੱਥੋਂ ਨਿਕਲਿਆ, ਵੀ ਮੈਨੂੰ ਹੁਣ ਜਾਣ ਦੀ ਆਗਿਆ ਦਿਓ। ਉਹ ਸਾਧੂ ਕੋਲ ਜਿਹੜਾ ਤੋਤਾ ਸੀ ਉਹ ਰਾਮ 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 ਕਰਦਾ ਸੀ। ਗਨਕਾ ਕਹਿੰਦੀ ਮੈਨੂੰ ਇਹ ਤੋਤਾ ਦੇ ਜਾਓ, ਮੈਂ ਇਹਦੇ ਨਾਲ ਰਾਮ ਰਾਮ ਕਰਿਆ ਕਰਾਂਗੀ। ਸਾਧੂ ਨੇ ਕਿਹਾ ਸ਼ੁਕਰ ਹੈ, ਕਹਿੰਦੇ ਭਾਈ ਰੱਖ ਲਓ। ਬਸ ਗਨਕਾ ਨੇ ਸਾਧੂ ਨੂੰ ਭੇਜ ਕੇ ਕੁੰਡਾ ਲਾ ਲਿਆ ਅਤੇ ਤੋਤੇ ਦੇ ਨਾਲ ਰਾਮ 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 ਕਰਦੀ ਰਹਿੰਦੀ ਹੈ ਹਰ ਵਕਤ। ਕੋਈ ਗਾਹਕ ਆਉਂਦਾ ਉਹਨੂੰ ਅਟੈਂਡ ਨਹੀਂ ਕਰਦੀ, ਦਰਵਾਜ਼ਾ ਨਹੀਂ ਖੋਲ੍ਹਦੀ। ਗਾਹਕਾਂ ਨੇ ਦੇਖਿਆ 5-7 ਦਿਨ ਵਿੱਚ ਰਾਮ 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 ਦੀ ਆਵਾਜ਼ ਆਉਂਦੀ ਰਹਿੰਦੀ ਹੈ ਵੀ ਇਹ ਬਦਲ ਗਈ ਹੈ, ਗਾਹਕ ਆਉਣੋਂ ਹਟ ਗਿਆ। ਅਤੇ ਉਹ ਰਾਮ ਰਾਮ ਕਰਦੀ ਕਰਦੀ ਇੱਕ ਦਿਨ ਪਰਮਾਤਮਾ ਤੱਕ ਜਿਹੜਾ ਹੈ ਸੱਚ ਜਿਹੜਾ ਬਾਣੀ ਕਹਿੰਦੀ ਉਹ ਸਵਰਗ 'ਚ ਪਹੁੰਚ ਗਈ। ਸੋ ਕਹਿਣ ਦਾ ਭਾਵ ਹੈ ਜਦੋਂ ਇਹ ਇੱਥੋਂ ਨਾ ਬੜੀ ਵੱਡੀ ਧਰਵਾਸ ਮਿਲਦੀ ਹੈ ਕਿ ਕੋਈ ਨਹੀਂ ਜੋ ਹੋ ਗਿਆ ਜਾਣੇ ਅਣਜਾਣੇ 'ਚ ਹੋ ਗਿਆ, ਬਸ ਹੁਣ ਉਹਨੂੰ ਛੱਡ ਦਿਓ। ਉਸ 'ਤੇ ਮਤ ਅਫਸੋਸ ਕਰੋ ਵੀ ਮੈਨੂੰ ਐ ਨਹੀਂ ਸੀ ਕਰਨਾ ਚਾਹੀਦਾ, ਮੈਨੂੰ ਉਹ ਨਹੀਂ ਸੀ ਕਰਨਾ, ਉਹ ਤਾਂ ਹੋ ਗਿਆ। ਅਫਸੋਸ ਕਰਨ ਨਾਲ ਹੁਣ ਕੁਝ ਨਹੀਂ ਮਿਲਣਾ। ਉਹ ਛੱਡ ਦਿਓ, ਅੱਗੇ ਤੋਂ ਕਰੋ ਨਾ ਅਤੇ ਭਜਨ ਬੰਦਗੀ ਸ਼ੁਰੂ ਕਰ ਦਿਓ। ਇੱਕ ਦਿਨ ਪਰਮਾਤਮਾ ਗੁਰੂ ਮਹਾਰਾਜ ਬਖਸ਼ ਦਿੰਦੇ ਨੇ। ਉਹ ਬਖਸ਼ਣਹਾਰ ਨੇ, ਉਹ ਬਖਸ਼ਿੰਦੇ ਨੇ, ਉਹ ਬਖਸ਼ ਦਿੰਦੇ ਨੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਸਤਕ ਭਾਗ ਮੈਂ ਪਿਰ ਘਰ ਆਇਆ।
मेरे मत्थे दे वड्डे भाग कि मेरा प्रभु पति मेरे घर च आ गया है। थिर सुहाग नानक जन पाया। हुण कहंदे फिर मेरा जिहड़ा सुहाग है सदा लई हो गया, क्यों परमात्मा ने फिर छड्ड के नहीं जाता। परमात्मा का सुभाव है वस आया फिर छोड़ ना जाई, ये रीत भली भगवंत है। परमात्मा जो हिरदे च आके वस गया वो फिर सदा लई हो गया, सदा लई सुहागण हो गई। आसा महला पंजवां। साच नाम मेरा मन लागा, लोगन स्यों मेरा ठाठा बागा। ठाठा बागा दा उत्तो उत्तो विहार करना, उत्तो उत्तो विहार करना। जिमें आप कहना भी मूँह दी नहीं बिगाड़नी चाहिए, ये ख्याल रखना चाहिए। दोस्त हो तुसी, किसी कारण विगड़ गई है, आना जाना भावें बंद कर दो, राज किते मिल गया सत श्री अकाल बुलाते रहना चाहिए। कई बार सियाणे कहते खोटा पैसा भी कम आता है। अपनी मान लो बोल चल बंद हो गई है, उन्होंने दोनों चों किसी का एक्सीडेंट हो गया है। दूजा जिहड़ा सी भावें पहला दोस्त हुण नहीं बोलते, उंज बोल चाल है पर दोस्ती नहीं रही, फिर भी क्योंकि बोल चाल है वो की करेगा, चलो यार फिर भी अपना ही है, वो टैलीफोन कर देगा घर दे जी रुपये इतने एक्सीडेंट हो गए, आप भावें ना भी चक के ले जावे वो किसी ना किसी को दस देगा भी उत्थे भाई पहुँच जाओ। तां सियाणे कहते हैं मूँह दी नहीं बिगाड़ी दी हुंदी। किसी नाल तुहाडा सुभाਅ नहीं मिलता, मान लो हौली हौली वरत वरता बंद कर दो, अगले दे घर आना जाना बंद कर दो। पर किते बाजार राह च मिल गया सत श्री अकाल जरूर रखनी चाहिए है। ये ना भाई बोल चाल ही बंद कर दो, कोई पता नहीं किन्ने किस वेले काम आ जाना। सो तां कहंदे मेरे लोगन से मेरे ठाठा बगा है, साच नाम मेरा मन लगा। परमात्मा साच परमात्मा, परमात्मा दे नाम नाल मेरा मन लग गया है। हुण जदों मन ने तो एक पासे लगना, दो पासे लग नहीं सकता। हुण लोकां वालों कुदरती गल है, लोकां दा उन्ना प्यार नहीं रहा जिन्ना पहला हुंदा सी, नाम नाल प्यार हो गया है। इसलिए लोकां नाल ते बाहरला विहार है, बस बाहरी वरत वरता है, दिलों कोई बहुती है नहीं है। ਉਹਨੂੰ ਕਹਿੰਦੇ ਠਾਠਾ ਬਾਗਾ। ਬਾਹਰ ਸੂਤ ਸਗਲ ਸਿਓ ਮੌਲਾ, ਬਾਹਰੋਂ ਤਾਂ ਸਾਰਿਆਂ ਨਾਲ ਹੀ ਜੁੜਿਆ ਹੋਇਆ ਹੈ, ਸਾਰਿਆਂ ਨਾਲ ਹੀ ਖੁਸ਼ ਉਂਝ, ਪਰ ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ, ਕੌਲਾ ਦੇ ਕਮਲ ਫੁੱਲ। ਜਿਵੇਂ ਪਾਣੀ 'ਚ ਕਮਲ ਦਾ ਫੁੱਲ ਹੈ, ਪਾਣੀ 'ਚ ਰਹਿੰਦਾ ਹੈ, ਪਰ ਉਹਦਾ ਫੁੱਲ ਪਾਣੀ ਤੋਂ ਉੱਪਰ ਰਹਿੰਦਾ ਹੈ। ਅਲਿਪਤ ਹੁੰਦਾ ਨਿਰਲੇਪ। ਰਹਿ ਮੈਂ ਸੰਸਾਰ 'ਚ ਹੀ ਰਿਹਾ, ਉੱਤੋਂ ਉੱਤੋਂ ਲੋਕਾਂ ਨਾਲ ਮੇਰਾ ਵਿਹਾਰ ਵੀ ਠੀਕ ਹੈ, ਪਰ ਮੈਂ ਉਂਝ ਅੰਦਰੋਂ ਜਿਹੜਾ ਹੈ ਇਹ ਮੋਹ ਮਾਇਆ ਤੋਂ ਨਿਰਲੇਪ ਹਾਂ। ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਹੋਇਆ ਵੀ ਪਾਣੀ ਤੋਂ ਉੱਪਰ ਰਹਿੰਦਾ ਹੈ। ਇਹ ਸਿਫਤ ਹੈ ਉਹਦੀ। ਜਿਉਂ ਜਿਹਾ ਪਾਣੀ ਵਧੀ ਜਾਂਦਾ ਉਹਦੀ ਉਹ ਉੱਚਾ ਉੱਚਾ ਹੋਈ ਜਾਂਦਾ, ਉਹਨੇ ਉਹਦੀ ਨਾਲੀ ਉਹ ਨਹੀਂ ਵੱਡੀ ਹੋਈ ਜਾਂਦੀ। ਦੇਖੋ ਕਮਾਲ ਦੀ ਗੱਲ ਹੈ। ਮੇਰੇ ਮਨ 'ਚ ਕਈ ਵਾਰੀ ਆਉਣਾ, ਇੱਕ ਵਾਰੀ ਕੀ ਹੋਇਆ, ਮੈਂ ਘਨੌਰ ਸਾਹਿਬ ਕਹਦਾ ਬਹੁਤ ਮੀਂਹ ਪਿਆ ਜੀ, ਜਾਲ ਥਲ ਹੋ ਗਿਆ, ਸੜਕ ਦੇ ਉੱਤੋਂ ਦੀ ਪਾਣੀ ਜਾ ਰਿਹਾ। ਮੈਂ ਕਿਹਾ ਵੀ ਅੱਜ ਕਮਲ ਦੇ ਫੁੱਲ ਡੁੱਬ ਗਏ ਨੇ, ਖਤਾਨ ਸੜਕ ਦੇ ਨਾਲ ਖਤਾਨ ਹੁੰਦੇ ਨੇ, ਉਹਨੇ ਡੁੱਬ ਗਏ ਵੀ ਉਹ ਤਾਂ ਸਾਰੇ ਗੋਡੇ ਗੋਡੇ ਸਨ ਅਤੇ ਪਾਣੀ ਤਾਂ ਲੱਕ ਲੱਕ ਹੋ ਗਿਆ ਹੈ, ਉਹ ਤਾਂ ਡੁੱਬ ਗਏ ਹੋਣਗੇ। ਜਦੋਂ ਮੈਂ ਉੱਥੇ ਪਹੁੰਚਿਆ ਉਹ ਪਾਣੀ ਤੋਂ ਉੱਪਰ, ਪਾਣੀ ਤੋਂ। ਮੈਂ ਕਮਾਲ ਹੈ, ਜਿਉਂ ਜਿਉਂ ਹੜ੍ਹ ਦਾ ਪਾਣੀ ਆਈ ਗਿਆ ਉਹ ਉੱਚੇ ਹੋਈ ਗਿਆ, ਜਿਉਂ ਜਿਉਂ ਆਈ ਗਿਆ ਉਹ ਉੱਚੇ ਹੋਰ ਹੋਈ ਗਿਆ। ਦੇਖੋ ਕੁਦਰਤ ਵੱਲੋਂ ਕਿਆ ਚੀਜ਼ ਹੈ ਵੀ ਕਿ ਨਹੀਂ ਹੜ੍ਹ ਆ ਜਾਏ ਉਹਨੇ ਉੱਪਰ ਹੀ ਰਹਿਣਾ, ਨਿਰਲੇਪ ਹੀ ਰਹਿਣਾ। ਭਜਨ ਬੰਦਗੀ ਕਰਦਿਆਂ ਕਰਦਿਆਂ ਫਿਰ ਜੇ ਉੱਚੀ ਅਵਸਥਾ ਹੋ ਜਾਂਦੀ ਹੈ, ਫਿਰ ਬੰਦਾ ਸੰਸਾਰ 'ਚ ਹੀ ਰਹਿ ਰਿਹਾ ਹੁੰਦਾ ਹੈ, ਇਹਨਾਂ ਬੁਰਾਈਆਂ ਦੇ ਵਿੱਚ ਹੀ ਰਹਿ ਰਿਹਾ ਹੁੰਦਾ ਹੈ, ਪਰ ਬੁਰਾਈਆਂ ਤੋਂ ਉੱਪਰ ਹੋ ਜਾਂਦਾ ਹੈ। ਬਸ
अलिप्त रहूं जैसे जल में कोला रहा। मुख की बात सगल से कहता। मैं मुख नाल सारा गल्ला पता करदा, कोई ये ना कि मैं यार गल्ला ही नहीं करदा। मुख नाल तो मैं सारे नहीं गल्ला करदा हूँ। जी संग प्रभ अपना धरता, पर मेरे मन 'ਚ परमात्मा वसिया होया है। मैं अपने मन ਦੇ 'ਚ परमात्मा ਨੂੰ ਵਸਾਇਆ ਹੋਇਆ। हाँ मुख नाल मैं लोगों नाल गल्लां बातां करदा। दीस आवत है बहुत पिहाला, ਜਿਹੜਾ ਦੇਖਣ ਨੂੰ ਕਹਿੰਦਾ ਬੜਾ ਡਰਾਉਣਾ ਹੈ ਵੀ ਤਾਂ ਯਾਰ ਕਿਸੇ ਕੰਮ ਦਾ ਬੰਦਾ ਨਹੀਂ ਹੈ, ਇਹ ਤਾਂ ਰੁੱਖਾ ਜਿਹਾ ਬੰਦਾ ਹੈ, ਇਹ ਤਾਂ ਚੱਜ ਨਾਲ ਖੜ ਕੇ ਗੱਲ ਹੀ ਨਹੀਂ ਕਰਦਾ ਹੈਗਾ। ਪਿਹਾਲਾ ਹੁੰਦਾ ਡਰਾਉਣਾ, ਭਾਵ ਇਹ ਤੋਂ ਭਾਵ ਹੈ ਵੀ ਜਿਹੜਾ ਲੋਕਾਂ ਨੂੰ ਚੰਗਾ ਨਾ ਲੱਗੇ। ਰੁੱਖੇ ਬੰਦੇ ਲੋਕ ਪਸੰਦ ਨਹੀਂ ਕਰਦੇ ਹੈਗੇ, ਇਹ ਤਾਂ ਬਹੁਤ ਰੁੱਖਾ ਹੈ। ਸਗਲ ਚਰਨ ਕੀ ਇਹ ਮਨ ਰਾਲਾ, ਰਾਲਾ ਹੁੰਦੇ ਚਰਨ ਧੂੜ, ਪਰ ਜਿਹੜਾ ਮੇਰਾ ਮਨ ਹੈ ਇਹ ਕਹਿੰਦਾ ਸਾਰੇ ਦੀ ਚਰਨ ਧੂੜ ਹੈ। ਮਨ ਕਰਕੇ ਨਿਮਰਤਾ ਹੈ, ਦੇਖਣ ਨੂੰ ਕੋਈ ਨਿਮਰਤਾ ਨਹੀਂ। ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਕਹਿੰਦੇ ਜਦੋਂ ਪਰਮਾਤਮਾ ਦੇ ਭਗਤ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਨਾ, ਅੰਤਰ ਬਾਹਰ ਏਕ ਦਿਖਾਇਆ, ਫਿਰ ਗੁਰੂ ਨੇ ਉਹਨੂੰ ਅੰਦਰ ਵੀ ਅਤੇ ਬਾਹਰ ਵੀ ਪਰਮਾਤਮਾ ਵਿਖਾਤਾ ਕਿ ਲੈ ਭਾਈ ਪਰਮਾਤਮਾ ਤੇਰੇ ਅੰਦਰ ਵੀ ਹੈ, ਪਰਮਾਤਮਾ ਤੇਰੇ ਬਾਹਰ ਵੀ ਹੈ। ਹੁੰਦਾ ਗੁਰੂ ਰਾਹੀਂ ਹੈ, ਤਾਂ ਹੀ ਕਹਿੰਦੇ ਗੁਰ ਪ੍ਰਸਾਦ ਹੁੰਦੀ ਹੈ, ਗੁਰੂ ਕਿਰਪਾ ਕਰਦਾ। ਨਾਨਕ ਜਨ ਗੁਰ ਪੂਰਾ ਪਾਇਆ, ਨਾਨਕ ਜਨ ਗੁਰ ਪੂਰਾ ਪਾਇਆ, ਨਾਨਕ ਜਨ ਗੁਰ ਪੂਰਾ ਪਾਇਆ, ਨਾਨਕ ਜਨ ਗੁਰ ਪੂਰਾ ਪਾਇਆ। ਅੰਤਰ ਬਾਹਰ ਏਕ ਦਿਖਾਇਆ, ਅੰਤਰ ਬਾਹਰ ਏਕ ਦਿਖਾਇਆ, ਅੰਤਰ ਬਾਹਰ ਏਕ ਦਿਖਾਇਆ, ਅੰਤਰ ਬਾਹਰ ਏਕ ਦਿਖਾਇਆ। ਸੋ ਜੇ ਗੁਰੂ ਮਹਾਰਾਜ ਕਿਰਪਾ ਕਰ ਦੇਣ ਫਿਰ ਪਰਮਾਤਮਾ ਹਰ ਪਾਸੇ ਵਿਖਾ ਦਿੰਦੇ। ਆਸਾ ਮਹਿਲਾ ਪੰਜਵਾਂ। ਪਾਵਤ ਰਲੀਆ ਜੋਬਨ ਬਲੀਆ। ਕਹਿੰਦੇ ਜਦ ਭਾਰ ਜਵਾਨੀ ਹੁੰਦੀ ਹੈ, ਬੜਾ ਸਰੀਰ ਬਲੀਆ ਬਲ ਹੁੰਦਾ ਹੈ। ਪਾਵਤ ਰਲੀਆ, ਬੜੀਆਂ ਮੌਜਾਂ ਰੰਗ ਰਲੀਆਂ ਮਾਣਦਾ ਹੈ। ਕਹਿੰਦਾ ਜਵਾਨੀ ਬੜੀ ਹੈ, ਬੜੀ ਤਾਕਤਵਰ ਹੈ, ਰੰਗ ਰਲੀਆਂ ਮਾਣ ਰਿਹਾ ਹੈ, ਪਰ ਨਾਮ ਬਿਨਾ ਮਾਟੀ ਸੰਗ ਰਲੀਆ। ਇਹ ਇਨਸਾਨ ਜੇ ਤੂੰ ਨਾਮ ਨਹੀਂ ਨਾ ਜਪਦਾ, ਇਹ ਜਿਹੜਾ ਸਰੀਰ ਹੈ ਭਾਵੇਂ ਕਿੰਨਾ ਹੀ ਸੁੰਦਰ ਹੈ, ਕਿੰਨੀਆਂ ਹੀ ਤੇ ਮੌਜਾਂ ਕਰ ਰਿਹਾ ਹੈ, ਕਿੰਨੀ ਹੀ ਤੇਰੇ 'ਚ ਤਾਕਤ ਹੈ, ਮਾਟੀ ਸੰਗ ਰਲੀ, ਅਖੀਰ ਇਹ ਸਰੀਰ ਹੈ ਮਿੱਟੀ ਨਾਲ ਮਿੱਟੀ ਹੋ ਜਾਣਾ। ਭਾਵ ਹੰਕਾਰ ਨਾ ਕਰ। ਹਾਂਜੀ ਪਾਪ ਤੁਰ ਲਿਆ, ਪਰ ਇੱਥੇ ਦਾ ਜਿਹੜਾ ਅਰਥ ਜਿਹੜੇ ਮੈਂ ਪੜ੍ਹੇ ਨੇ ਉਹ ਤਾਂ ਇਹੀ ਹੈ। ਹਾਂ ਅੱਛਾ। ਕਾਨ ਕੁੰਡਲੀਆ ਬਸਤਰ ਓਢ ਲਿਆ। ਕੰਨਾਂ 'ਚ ਵੱਡੇ ਵੱਡੇ ਕੁੰਡਲ ਨੇ ਸੋਨੇ ਦੇ, ਬਸਤਰ ਬੜੇ ਵਧੀਆ ਬਸਤਰ ਓਢੇ ਹੋਏ। ਓਢਣਾ ਹੁੰਦਾ ਪਹਿਨਣਾ, ਹਿੰਦੀ ਦੇ ਸ਼ਬਦ ਹੈ ਓਢਣਾ, ਪਹਿਨਣਾ। ਬੜੇ ਵਧੀਆ ਕੱਪੜੇ ਪਾਏ ਹੋਏ ਨੇ, ਕੰਨਾਂ 'ਚ ਸੋਨੇ ਦੇ ਵੱਡੀਆਂ ਵੱਡੀਆਂ ਮੁੰਦਰਾਂ ਨੇ, ਜਿਵੇਂ ਸਾਧੂਆਂ ਦੇ ਵੱਡੀਆਂ ਵੱਡੀਆਂ ਕੰਨਾਂ 'ਚ ਮੁੰਦਰਾਂ ਹੁੰਦੀਆਂ ਨੇ। ਸੇਜ ਸੁਖਲੀਆ, ਬੜੇ ਸੁਖਦਾਇਕ ਮੰਜੇ ਬੈੱਡ 'ਤੇ ਬੈਠੇ। ਮਨ ਗਰਬਲੀਆ, ਮਨ 'ਚ ਬੜਾ ਗਰਭ ਹੰਕਾਰ ਹੈ, ਮਨ 'ਚ ਬੜਾ ਹੰਕਾਰ ਹੈ। ਤਲੇ ਕੁੰਚਰੀਆ, ਕੁੰਚਰੀ ਹਾਥੀ ਨੂੰ ਕਹਿੰਦੇ, ਹੇਠਾਂ ਹਾਥੀ ਹੈ ਭਾਵ ਹਾਥੀ 'ਤੇ ਚੜ੍ਹਿਆ ਹੋਇਆ ਹੈ। ਸਿਰ ਕਨਕ ਛਤਰੀ ਹੈ, ਕਨਕ ਹੁੰਦਾ ਸੋਨਾ, ਸਿਰ 'ਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ। ਹਾਥੀ ਦੀ ਸਵਾਰੀ ਹੈ, ਸਿਰ 'ਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ। ਹਰ ਭਗਤ ਬਿਨਾ ਲੈ ਧਰਨ ਗੱਡਲੀਆ, ਪਰ ਜੇ ਭਗਤੀ ਨਹੀਂ ਕਰਦਾ ਤਾਂ ਸਾਰਾ ਇੱਕ ਦਿਨ ਧਰਤੀ ਦੇ ਹੇਠਾਂ ਗੱਡ ਦਿੱਤਾ ਜਾਣਾ, ਭਾਵ ਇੱਕ ਦਿਨ ਮਿੱਟੀ ਨਾਲ ਮਿੱਟੀ ਹੋ ਜਾਣਾ। ਸਮਝਾਇਆ ਕਿ ਹੰਕਾਰ ਨਹੀਂ ਕਰਨਾ। ਇਹ ਜੇ ਤੁਹਾਡੇ ਕੋਲ ਚੀਜ਼ਾਂ ਨੇ ਠੀਕ ਹੈ, ਵਰਤਣ ਲਈ ਪਰਮਾਤਮਾ ਨੇ ਦਿੱਤੀਆਂ। ਅਸੀਂ ਹੰਕਾਰ ਕਦੋਂ ਕਰਦੇ ਹਾਂ? ਜਦੋਂ ਸਮਝਦੇ ਸਾਡੀਆਂ ਨੇ।
ਉੱਥੇ ਆ ਕੇ ਹੰਕਾਰ ਹੁੰਦਾ, ਉੱਥੇ ਹੋਏਗਾ ਹੀ ਹੋਏਗਾ। ਜੇ ਆਪਾਂ ਕਹੀਏ ਤਾਂ ਕਿਸੇ ਨੇ ਦਿੱਤੀ, ਉਹਦੇ ਕਾਹਦਾ ਹੰਕਾਰ ਹੈ? ਇਹ ਤਾਂ ਕਿਸੇ ਨੇ ਦਿੱਤੀ, ਇਹ ਤਾਂ ਕਿਸੇ ਨੇ ਚੀਜ਼ ਦਿੱਤੀ ਹੈ, ਉਹਦਾ ਕਾਹਦਾ ਹੰਕਾਰ ਹੈ? ਧਰਮ ਕਹਿੰਦਾ ਸਭ ਕੁਝ ਤੁਹਾਨੂੰ ਪਰਮਾਤਮਾ ਨੇ ਦਿੱਤਾ ਹੈ। ਤੁਹਾਡਾ ਸਰੀਰ ਵੀ ਪਰਮਾਤਮਾ ਨੇ ਦਿੱਤਾ, ਇਹ ਕਿਹੜਾ ਤੁਹਾਡਾ ਆਪਣਾ? ਇਹ ਤਾਂ ਪਰਮਾਤਮਾ ਨੇ ਦਿੱਤਾ ਸਰੀਰ। ਜਦੋਂ ਸਰੀਰ ਹੀ ਕਹਿੰਦੇ ਤੁਹਾਡਾ ਨਹੀਂ, ਤਾਂ ਸਰੀਰ ਨਾਲ ਸੰਬੰਧਿਤ ਕੋਈ ਚੀਜ਼ ਵੀ ਤੁਹਾਡੀ ਨਹੀਂ। ਜਦੋਂ ਅਸੀਂ ਇਹ ਸਮਝਾਂਗੇ ਕਿ ਕੋਠੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਉਹਦੀ ਬਖਸ਼ਿਸ਼ ਹੋਈ ਹੈ, ਸਾਨੂੰ ਨੌਕਰੀਆਂ ਮਿਲੀਆਂ, ਸਾਨੂੰ ਲੋਨ ਮਿਲਿਆ, ਅਸੀਂ ਕੁਝ ਪੈਸੇ ਬਚਾਏ, ਹੌਲੀ ਹੌਲੀ ਘਰ ਪਾ ਲਿਆ। ਜੇ ਪਰਮਾਤਮਾ ਸਾਨੂੰ ਨੌਕਰੀ ਹੀ ਨਾ ਦਿੰਦਾ, ਸਾਨੂੰ ਪੜ੍ਹਨ ਦੀ ਦਾਤ ਹੀ ਨਾ ਦਿੰਦਾ, ਅਸੀਂ ਮਜ਼ਦੂਰ ਹੁੰਦੇ 200-250 ਰੁਪਏ ਮਹੀਨੇ ਤੇ ਰੋਜ਼ ਦੇ, ਫਿਰ ਕਿੱਥੋਂ ਕੋਠੀਆਂ ਪਾ ਲੈਂਦੇ? ਇੰਨਾ ਛੋਟਾ ਮੋਟਾ ਜਿਹਾ ਕਮਰਾ ਪਾ ਲੈਣਾ ਸੀ ਬਸ। ਇਸ ਲਈ ਜੋ ਕੁਛ ਵੀ ਹੈ, ਅਗਰ ਸਰੀਰ ਸੁੰਦਰ ਹੈ, ਹੰਕਾਰ ਨਹੀਂ ਕਰਨਾ। ਦਾਤਿਆ ਤੇਰੀ ਕਿੰਨੀ ਕਿਰਪਾ ਹੈ, ਤੂੰ ਮੈਨੂੰ ਸੁੰਦਰ ਸਰੀਰ ਦਿੱਤਾ। ਸਰੀਰ ਦੇ ਅੰਗ ਪੂਰੇ ਨੇ, ਹੰਕਾਰ ਨਹੀਂ ਕਰਨਾ। ਕਿਸੇ ਨੂੰ ਅੰਗਹੀਨ ਵੇਖ ਕੇ ਹੱਸਣਾ ਨਹੀਂ ਹੈ, ਉਹਨੂੰ ਮਖੌਲ ਨਹੀਂ ਕਰਨਾ, ਉਹਨੂੰ ਟਾਂਟ ਨਹੀਂ ਕਰਨਾ। ਕੀ ਪਤਾ ਪਰਮਾਤਮਾ ਤੁਹਾਨੂੰ ਇੱਕ ਦਿਨ ਅੰਗਹੀਨ ਕਰਦੇ, ਫਿਰ ਕੁਝ ਨਹੀਂ ਕਰਨਾ। ਸਗੋਂ ਕਹਿਣਾ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ, ਦੇਖ ਇਹ ਅੰਗਹੀਨ ਹੈ, ਤੂੰ ਮੈਨੂੰ ਸਾਰੇ ਅੰਗ ਦਿੱਤੇ ਨੇ। ਕਈ ਵਾਰ ਬੱਸ ਜਾਣਾ ਘਨੌਰ ਨੂੰ, ਕਿਸੇ ਨੇ ਕਿਸੇ ਦੀ ਇੱਕ ਬਾਂਹ ਵੱਢੀ ਹੋਈ ਹੈ, ਕਿਸੇ ਦੀ 2 ਬਾਹਾਂ ਵੱਢੀਆਂ ਨੇ, ਉਹਨਾਂ ਚੜ੍ਹ ਜਾਣਾ। ਕਿੰਨਾ ਸਮਾਂ ਮਨ ਨੂੰ ਹੋਣਾ ਵੀ ਦਾਤਿਆ ਤੇਰੀ ਕਿੰਨੀ ਕਿਰਪਾ ਹੈ, ਤੂੰ ਮੈਨੂੰ ਦੋਨੋਂ ਬਾਹਾਂ ਸਾਬਤ ਦਿੱਤੀਆਂ ਹੋਈਆਂ, ਤੂੰ ਮੈਨੂੰ ਇਹੋ ਜਿਹਾ ਵੀ ਤਾਂ ਬਣਾ ਸਕਦਾ ਸੀ, ਤੇਰੀ ਕਿਰਪਾ। ਸਗੋਂ ਹੇਠਲੇ ਨੂੰ ਵੇਖ ਕੇ ਸਗੋਂ ਧੰਨਵਾਦ ਚਾਹੁਣਾ ਚਾਹੀਦਾ, ਸੱਚੇ ਪਾਤਸ਼ਾਹ ਤੇਰੀ ਕਿੰਨਾ ਹੀ ਕਿਰਪਾ। ਕਿਤੇ ਸੜਕ 'ਤੇ ਪਏ ਨੇ ਅਤੇ ਤੁਹਾਡੇ ਕੋਲ ਝੌਂਪੜੀ ਹੈ, ਹਾਲਾਂਕਿ ਝੌਂਪੜੀ ਹੈ, ਕੋਠੀ ਨਹੀਂ। ਤੁਸੀਂ ਦੇਖ ਕਿੰਨੇ ਹੀ ਲੋਕ ਸੜਕ ਦੇ ਕੰਢੇ 'ਤੇ ਪਏ ਨੇ, ਕੋਈ ਸਟੇਸ਼ਨ 'ਤੇ ਪਿਆ ਹੈ, ਪਲੈਟਫਾਰਮ 'ਚ ਪਿਆ, ਕੋਈ ਬੱਸ ਸਟੈਂਡ ਦੇ ਛੱਤ 'ਤੇ ਪਿਆ ਹੈ। ਤੁਸੀਂ ਫਿਰ ਵੀ ਤੁਹਾਡੀ ਆਪਣੀ ਝੌਂਪੜੀ 'ਤੇ ਹੈ ਨਾ, ਤੁਹਾਨੂੰ ਕੋਈ ਉੱਥੋਂ ਉਠਾ ਤਾਂ ਨਹੀਂ ਸਕਦਾ। ਸ਼ੁਕਰ ਹੈ ਦਾਤਾ, ਤੂੰ ਘੱਟ ਤੋਂ ਘੱਟ ਰਹਿਣ ਨੂੰ ਝੌਂਪੜੀ ਤਾਂ ਦਿੱਤੀ ਹੈ। ਇਹ ਨਹੀਂ ਤੂੰ ਮੈਨੂੰ ਸੜੀ ਜਿਹੀ ਝੌਂਪੜੀ ਦਿੱਤੀ ਹੈ ਵੀ ਘੱਟ ਤੋਂ ਘੱਟ ਤੂੰ ਸਿਰ ਲਕਾਉਣ ਨੂੰ ਮੈਨੂੰ ਝੌਂਪੜੀ ਦਿੱਤੀ, ਅਤੇ ਇਹਨਾਂ ਕੋਲ ਵਿਚਾਰਿਆਂ ਕੋਲ ਝੌਂਪੜੀ ਵੀ ਨਹੀਂ ਹੈ। ਔਰ ਨਹੀਂ ਹੈ, ਕਰੋੜਾਂ ਲੋਕ ਨੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਕੋਲ ਰਹਿਣ ਨੂੰ ਝੌਂਪੜੀ ਵੀ ਨਹੀਂ ਹੈ। ਰੋਜ਼ ਤੁਸੀਂ ਵੇਖਦੇ ਹੋ, ਆਪ ਪੁਲ 'ਤੇ ਚਲੇ ਜਾਓ, ਬੱਸ ਸਟੈਂਡ ਦੇ ਪੁਲ ਹੇਠਾਂ ਕਿੰਨੇ ਮੰਗਤੇ ਹੋ ਰਾਤ ਨੂੰ ਪਏ ਹੁੰਦੇ, ਬਸ ਪੁਲ ਦੇ ਹੇਠ ਪਏ, ਹੈ ਹੀ ਨਹੀਂ ਕੋਈ ਘਰ ਘਾਟ ਹੀ ਕੋਈ ਨਹੀਂ। ਉਹਨਾਂ ਨੂੰ ਵੇਖ ਕੇ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ, ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ। ਕਈਆਂ ਵਿਚਾਰਿਆਂ ਨੇ, ਲੋਕਾਂ ਨੇ ਡਰਾਈ ਫਰੂਟ ਹੀ ਨਹੀਂ ਵੇਖਿਆ ਹੋਣਾ ਖਾ ਕੇ ਵੀ ਇਹ ਕਿਹੋ ਜਿਹਾ ਹੁੰਦਾ ਹੈ, ਅਤੇ ਤੁਹਾਡੇ ਘਰ ਡੱਬਿਆ ਡਰਾਈ ਫਰੂਟ ਪਏ ਨੇ। ਕਰੋੜਾਂ ਲੋਕ ਨੇ ਜਿਨ੍ਹਾਂ ਕਦੇ ਬਦਾਮ ਹੀ ਨਹੀਂ ਖਾ ਕੇ ਵੇਖੇ ਹੋਣ ਵੀ ਇਹ ਕੀ ਚੀਜ਼ ਬਲਾ ਦੀ। ਸੋ ਇਸ ਲਈ ਸ਼ੁਕਰਾਨੇ 'ਚ ਜਿਉਣਾ ਚਾਹੀਦਾ। ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੈ। ਫਿਰ ਗੁਰਬਾਣੀ ਦੇ ਉਸਤੇ ਚੌਗਣ ਕਰੇ ਨਿਹਾਲ। ਪਰਮਾਤਮਾ ਕਹਿੰਦੇ ਮੇਰੇ ਸ਼ੁਕਰਾਨੇ 'ਚ, ਸ਼ੁਕਰ 'ਚ ਹੈ। ਸੋ ਜੋ ਦਿਮਾਗ ਮਿਲਿਆ ਇਹ ਵੀ ਦਾਤੇ ਦਾ ਦਿੱਤਾ ਹੋਇਆ। ਸਾਰਿਆਂ ਨੂੰ ਵਧੀਆ ਦਿਮਾਗ ਨਹੀਂ ਪਰਮਾਤਮਾ ਦਿੰਦਾ। ਜਮਾਤ ਦੇ ਵਿੱਚ ਕੋਈ 100% ਨੰਬਰ ਲੈਣ ਵਾਲਾ ਬੱਚਾ ਹੈ, ਕੋਈ 90% ਵਾਲਾ ਹੈ, ਕੋਈ 50 ਵਾਲਾ ਹੈ, ਕੋਈ 40 ਵਾਲਾ ਹੈ, ਕੋਈ 0 ਵਾਲਾ ਵੀ ਹੈ। 0 ਵੀ ਆਉਂਦੇ ਨੇ, ਹਿਸਾਬ 'ਚ ਕੀ ਜਾਂਦਾ 0 ਆਉਂਦਾ। ਕੋਈ 100 ਲੈ ਰਿਹਾ, ਕੋਈ 0 ਲੈ ਰਿਹਾ। ਕਿਸੇ ਨੂੰ ਸ਼ੌਕ ਨਹੀਂ 0 ਲੈਣ ਦਾ, ਉਹ ਦਿਮਾਗ ਹੀ ਨਹੀਂ ਉਹਨਾਂ ਦਾ ਕੰਮ ਕਰਦਾ। ਇੱਕ ਤਾਂ ਲਾਪਰਵਾਹ ਹੁੰਦਾ, ਉਹ ਤਾਂ ਗੱਲ ਵੱਖਰੀ ਹੈ। ਉਹਦਾ ਤਾਂ ਅਸੀਂ ਕੁਟਾਪਾ ਕਰਦੇ ਹਾਂ ਫਿਰ ਸਕੂਲ ਦੀ ਵੀ ਹੈ। ਅਤੇ ਜੇ ਸਾਨੂੰ ਪਤਾ ਵੀ ਇਹਦਾ ਦਿਮਾਗ ਕੰਮ ਕਰਦਾ, ਲਾਪਰਵਾਹ ਹੈ, ਫਿਰ ਉਹਦਾ ਕੁਟਾਪਾ ਹੁੰਦਾ। ਜੇ ਸਾਨੂੰ ਪਤਾ ਵੀ ਨਹੀਂ ਗੱਲ ਹੀ ਕੋਈ ਨਹੀਂ ਹੈਗੀ, ਫਿਰ ਉਹਨੂੰ ਕੀ ਕਹਿਣਾ।
ਹੁਣ ਤਾਂ ਫਜ਼ੂਲ ਹੈ ਫਿਰ ਕੁਛ ਕਹਿਣਾ ਵੀ ਠੀਕ ਹੈ, ਜਿੰਨਾ ਕਿਨੇ ਕਰ ਲਿਆ ਠੀਕ ਹੈ ਬਸ। ਸੋ ਗੁਰੂ ਮਹਾਰਾਜ ਕਹਿੰਦੇ ਨੇ ਚੀਜ਼ਾਂ ਮਿਲੀਆਂ ਹੋਈਆਂ ਨੇ, ਜੋਬਨ ਮਿਲਿਆ ਹੈ, ਤਾਕਤ ਮਿਲੀ ਹੈ, ਰੰਗ ਰਲੀਆਂ ਮਿਲੀਆਂ ਹੋਈਆਂ ਹਨ, ਕੰਨਾਂ 'ਚ ਕੁੰਡਲੀਆਂ ਨੇ, ਵਧੀਆ ਬਸਤਰ ਪਹਿਨੇ ਹੋਏ ਨੇ, ਸੁਖਦਾਇਕ ਬੈੱਡ ਹੈ, ਫਿਰ ਮਨ 'ਚ ਕਹਿੰਦੇ ਹੰਕਾਰ ਕਰਦਾ ਹੈ, ਫਿਰ ਹੰਕਾਰ ਕਰਦਾ। ਚੜ੍ਹਨ ਨੂੰ ਹਾਥੀ ਨੇ, ਸਿਰ 'ਤੇ ਸੋਨੇ ਦੀ ਛਤਰ ਨੇ, ਪਰ ਕਹਿੰਦਾ ਭਗਤੀ ਤੋਂ ਬਿਨਾਂ ਸਭ ਕੁਝ ਧਰਤੀ 'ਚ ਗੱਡਿਆ ਜਾਣਾ, ਮਿੱਟੀ ਹੋ ਜਾਣੀ। ਰੂਪ ਸੁੰਦਰੀਆ ਅਨ ਕਿਸਤਰੀਆਂ, ਕਹਿੰਦੇ ਬਹੁਤ ਔਰਤਾਂ ਨੇ ਰੱਖੀਆਂ ਹੋਈਆਂ ਜਿਹੜੀਆਂ ਬੜੀਆਂ ਸੁੰਦਰ ਨੇ। ਰੂਪ ਸੁੰਦਰੀਆ, ਬੜਾ ਰੂਪ ਹੈ, ਬੜਾ ਸੁੰਦਰ ਰੂਪ ਹੈ, ਬਹੁਤ ਔਰਤਾਂ ਰੱਖੀਆਂ ਹੋਈਆਂ ਨੇ। ਹਰ ਰਸ ਬਿਨ ਸਭ ਸਵਾਦ ਫਿਕਰੀਆ, ਪਰ ਨਾਮ ਰਸ ਤੋਂ ਬਿਨਾਂ ਇਹਨਾਂ ਸਭ ਦਾ ਸਵਾਦ ਫਿੱਕਾ ਹੈ। ਅਜੇ ਤਾਂ ਸਾਨੂੰ ਨਾਮ ਰਸ ਹੀ ਨਹੀਂ ਆਇਆ, ਅਸੀਂ ਉਸ ਸਟੇਜ 'ਤੇ ਨਹੀਂ ਪਹੁੰਚੇ। ਜਿੱਦੇ ਨਾਮ ਰਸ ਆ ਗਿਆ ਨਾ ਵਾਕਿਆ ਹੀ, ਫਿਰ ਉਹਦੇ ਕਬੀਰ ਸਾਹਿਬ ਦੀ ਗੱਲ ਸਾਨੂੰ ਸੱਚ ਲੱਗੇਗੀ, ਇਹ ਰਸ ਆਵਾ ਹੋਰ ਰਸ ਨਹੀਂ ਭਾਵਾ। ਜਦੋਂ ਨਾਮ ਰਸ ਆ ਗਿਆ ਨਾ, ਹੋਰ ਰਸ ਚੰਗੇ ਹੀ ਨਹੀਂ ਲੱਗਣੇ। ਜਿਵੇਂ ਤੁਸੀਂ ਰਸਗੁੱਲਾ ਖਾ ਲਓ ਅਤੇ ਫਿਰ ਕੋਈ ਫਿੱਕੀ ਚੀਜ਼ ਖਾਓ, ਤੁਹਾਡਾ ਨਹੀਂ ਜੀਅ ਕਰੇਗਾ ਖਾਣ ਨੂੰ। ਕਿਉਂ? ਇੱਕ ਵਾਰੀ ਬਹੁਤ ਮਿੱਠਾ ਖਾ ਲਿਆ, ਰਸਗੁੱਲਾ ਖਾ ਲਿਆ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਵੀ ਬਾਕੀ ਫਿਰ ਸਵਾਦ ਸਾਰੇ ਫਿੱਕੇ ਲੱਗਦੇ। ਮਾਇਆ ਛਲੀਆ ਬੇਕਾਰ ਬਿਖਲੀਆ, ਇਹ ਮਾਇਆ ਤਾਂ ਛਲੀਆ ਹੈ, ਇਹ ਮਨੁੱਖ ਨੂੰ ਛਲ ਲੈਂਦੀ ਹੈ, ਇਹ ਮਨੁੱਖ ਨੂੰ ਧੋਖਾ ਦਿੰਦੀ ਹੈ। ਬੇਕਾਰ ਬਿਖਲੀਆ, ਬਿਖਲੀਆ ਦਾ ਬਿਖ ਜ਼ਹਿਰ, ਜਿਹੜੇ ਬੇਕਾਰ ਨੇ ਬੁਰਾਈਆਂ ਨੇ, ਇਹ ਤਾਂ ਜ਼ਹਿਰ ਦੀ ਨਿਆਈਆਂ ਹਨ। ਸ਼ਰਨ ਨਾਨਕ ਪ੍ਰਭ ਪੁਰਖ ਦਇਆਲੀਆ, ਇਸ ਲਈ ਭਾਈ ਪਰਮਾਤਮਾ ਜੋ ਦਿਆਲੂ ਪੁਰਖ ਹੈ ਉਹਦੀ ਸ਼ਰਨ 'ਚ ਰਹਿਣਾ ਚਾਹੀਦਾ ਹੈ। ਵੀ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਤੂੰ ਹੀ ਇਹ ਸਭ ਕੁਝ ਦਿੱਤਾ ਹੋਇਆ ਹੈ। ਹੰਕਾਰ ਨਹੀਂ ਕਰੀਦਾ ਹੁੰਦਾ ਕਿਸੇ ਚੀਜ਼ ਦਾ ਵੀ, ਇਹੀ ਸਮਝਣਾ ਇਹ ਪਰਮਾਤਮਾ ਨੇ ਮੈਨੂੰ ਦਿੱਤਾ, ਉਹਦੀ ਕਿਰਪਾ ਹੈ। ਪਰਮਾਤਮਾ ਮੈਨੂੰ ਯੋਗ ਬਣਾਇਆ ਹੈ ਤਾਂ ਮੈਂ ਇੰਨਾ ਕਮਾ ਸਕਿਆ ਹਾਂ, ਇਹ ਕੁਛ ਕਰ ਸਕਿਆ ਹਾਂ। ਪਰਮਾਤਮਾ ਨੇ ਮੈਨੂੰ ਨਸ਼ਿਆਂ ਤੋਂ ਬਚਾ ਕੇ ਰੱਖਿਆ ਤਾਂ ਮੈਂ ਘਰ ਘਾਟ ਪਾ ਸਕਿਆ ਹਾਂ। ਬੁਰਾਈਆਂ ਤੋਂ ਬਚਾ ਕੇ ਰੱਖਿਆ ਹੋਇਆ, ਉਹਦਾ ਧੰਨਵਾਦ ਕਰਨਾ ਚਾਹੀਦਾ। ਅੱਜ ਕਿੰਨਾ ਕੁਛ ਸੰਸਾਰ 'ਚ ਹੋ ਰਿਹਾ ਹੈ, ਰੋਜ਼ ਆਉਂਦਾ ਓਵਰ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ ਜੀ। ਮਾਂ ਪਿਓ ਨੂੰ ਕਿੰਨਾ ਦੁੱਖ ਹੁੰਦਾ, ਜਵਾਨ ਪੁੱਤਰ ਕਿਸੇ ਦਾ ਮਰ ਜੇ, ਇੰਨੇ ਸਾਲ ਦੀ ਪਾਲਣਾ ਪੋਸ਼ਣ ਕੀਤੀ, ਨਸ਼ਿਆਂ 'ਚ ਪੈ ਗਿਆ ਅਤੇ ਜ਼ਿਆਦਾ ਕਰ ਲਿਆ ਅਤੇ ਮਰ ਗਿਆ ਹੈ। ਅਤੇ ਜੇ ਤੁਸੀਂ ਨਸ਼ਿਆਂ ਤੋਂ ਬਚੇ ਹੋਏ, ਦਾਤੇ ਦੀ ਕਿਰਪਾ ਹੈ, ਉਹਦਾ ਧੰਨਵਾਦ ਕਿ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ, ਤੂੰ ਮੇਰੇ ਪਰਿਵਾਰ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਿਆ, ਅਵਾਰਾ ਗਰਦੀ ਤੋਂ ਬਚਾ ਕੇ ਰੱਖਿਆ ਹੈ, ਉਹਦਾ ਧੰਨਵਾਦ ਕਰ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਸਰਦਾਰ ਮਨਜਿੰਦਰ ਸਿੰਘ, ਕੋਠੀ ਨੰਬਰ 9A, ਨਿਊ ਮਿਰਸੇ ਕਲੋਨੀ, ਜੋ ਐਕਸੀਅਨ ਲੱਗੇ ਹੋਏ ਹਨ, ਕੱਲ੍ਹ ਨੂੰ ਉਹਨਾਂ ਦੇ ਸਪੁੱਤਰ ਦਾ ਜਨਮ ਦਿਨ ਹੈ। ਇੱਥੇ ਕਥਾ ਦੀ ਥਾਂ 'ਤੇ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਕੀਰਤਨ ਹੋਣਾ ਹੈ। ਉਸ ਤੋਂ ਬਾਅਦ ਆਪਾਂ ਫਿਰ ਕੋਈ ਖਾਵਾਂ ਪੀਵਾਂਗੇ, ਇਸ ਲਈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।